ਚਰਨ ਤੁਹਾਰੀ ਮਿਲੈ ਸੂਖ। ਹਮ ਹਰ ਸੁਭਾ ਲਾਹੇ ਹਮਾਰੀ। ਅਵਰ ਨ ਸੂਝੈ ਬੁਝੀ ਠਾਹਰ। ਹਾਰ ਪਰਿਓ ਤੋ ਦੁਆਰੀ। ਦੇਖਾ ਛੋੜ ਅਲੇਖੈ ਛੂਟੈ। ਹਮ ਨਿਰਗੁਣ ਲੇਹੋ ਵਾਰੀ। ਤਦ ਬਖਸ਼ਿੰਦ ਸਦਾ ਮਿਹਰਬਾਨਾ। ਮਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਪਰਿਓ। ਰਾਖ ਲਿਹੋ ਇਹ ਬਾਰੀ। ਨਾਨਕ ਦਾਸ ਸੰਤ ਪਾਛੈ ਪਰਿਓ। ਰਾਖ ਲਿਹੋ ਇਹ ਬਾਰੀ। ਸੁਕਾ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਨੋਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸਜਨ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਭਗਤ ਰਵਿਦਾਸ ਜੀ ਕੀ। ਚਿੱਤ ਸਿਮਰਨ ਕਰੋ ਨੈਣ ਅਵਲੋਕਨੋ। ਸਰਵਣ ਬਾਣੀ ਸੋ ਜਸ ਪੂਰ ਰਾਖੋ। ਮਨ ਸੋ ਮਦ ਕਰ ਕਰੋ ਚਰਨ ਹਿਰਦੈ। ਕਰੋ ਰਸਨ ਅੰਮ੍ਰਿਤ ਰਾਮ ਨਾਮ ਭਾਖੋ। ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟਾ। ਮੈਂ ਤੋ ਮੋਲ ਮਹਿੰਗੀ ਲਈ ਜੀ ਸਟਾ। ਚਿੱਤ ਸਿਮਰਨ ਕਰੋ ਨੈਣ ਅਵਲੋਕਨੋ। ਸਰਵਣ ਬਾਣੀ ਸੋ ਜਸ ਪੂਰ ਰਾਖੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਸਤਿਗੁਰਾਂ ਨੇ ਅੰਮ੍ਰਿਤ ਬਾਣੀ ਦੇ ਨਾਲ ਅੰਮ੍ਰਿਤ ਵੇਲੇ ਤੋਂ ਕੀਰਤਨ ਅਤੇ ਨਿਤਨੇਮ ਦੀਆਂ ਦਾਤਾਂ ਸਰਵਣ ਕੀਤੀਆਂ।
ਮਨੁੱਖਾ ਜਨਮ ਦਾ ਇਹ ਮਿਲਿਆ ਹੋਇਆ ਜਿਹੜਾ ਸਮਾਂ ਹੈ ਨਾ, ਸਤ ਸੰਗਤ ਵਿੱਚ ਬੈਠੇ ਆ ਬਤੀਤ ਕੀਤਾ ਹੈ, ਇਹ ਸਾਡਾ ਸਮਾਂ ਸਫਲਾ ਹੋ ਰਿਹਾ। ਗੁਰੂ ਪਾਤਸ਼ਾਹ ਰਹਿਮਤ ਕਰਕੇ ਇਸ ਵੇਲੇ ਸਤ ਸੰਗਤ ਦੀ ਦਾਤ ਹੋਰ ਬਖਸ਼ਿਸ਼ ਕਰਦਿਆਂ ਹੋਇਆਂ ਗੁਰਬਾਣੀ ਦੀ ਜੋ ਕਥਾ ਵਿਚਾਰ ਹੈ ਉਸ ਨੂੰ ਸਰਵਣ ਕਰਨ ਵਾਸਤੇ ਪਹੁੰਚੇ ਹਾਂ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਭਗਤਾਂ ਦੀ ਰਸਨਾ ਤੋਂ ਜਿਵੇਂ ਮਹਾਰਾਜ ਕਿਰਪਾ ਕਰ ਰਹੇ ਨੇ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਭਗਤ ਰਵਿਦਾਸ ਜੀ ਕੀ। ਧਨਾਸਰੀ ਰਾਗ ਦਾ ਨਾਮ ਹੈ। ਇਸ ਰਾਗ ਦੇ ਇਹ ਅਖੀਰਲੇ ਸ਼ਬਦ ਆਪਾਂ ਸਰਵਣ ਕਰ ਰਹੇ ਹਾਂ। ਇਹਦੇ ਵਿੱਚ ਭਗਤ ਰਵਿਦਾਸ ਜੀ ਜੋ ਸ਼੍ਰੋਮਣੀ ਭਗਤ ਨੇ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਦਰਜ ਹੋਈ ਹੈ, ਐਸੇ ਭਗਤ ਜੀ ਧਨਾਸਰੀ ਰਾਗ ਦਾ ਉਪਦੇਸ਼ ਬਖਸ਼ਿਸ਼ ਕਰਦੇ। ਭਗਤ ਰਵਿਦਾਸ ਜੀਆਂ ਦਾ ਜੋ ਜਨਮ ਸਥਾਨ ਹੈ ਉਹ ਕਾਂਸ਼ੀ ਬਨਾਰਸ ਹੈ। 150 ਸਾਲ ਦੇ ਲਗਭਗ ਆਪਣੇ ਸਰੀਰ ਦੀ ਉਮਰਾਂ ਨੂੰ ਮਾਣਿਆ। 150 ਸਾਲ ਦੀ ਉਮਰਾਂ ਨੂੰ ਇਹਨਾਂ ਨੇ ਭੋਗਿਆ ਹੈ। ਤੋ ਐਸੇ ਭਗਤ ਜੀ ਜਿਹੜੇ ਹਨ ਉਹ ਆਪਾਂ ਨੂੰ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਚਿੱਤ ਸਿਮਰਨ ਕਰੋ ਨੈਣ ਅਵਲੋਕਨੋ। ਇੱਕ ਵਾਰੀ ਭਗਵਾਨ ਜੀਆਂ ਨੇ, ਪਰਮੇਸ਼ਰ ਜੀਆਂ ਨੇ ਪੁੱਛ ਲਿਆ ਭਗਤ ਨਾਮਦੇਵ ਨੂੰ, ਕਹਿਣ ਲੱਗੇ ਨਾਮਦੇਵ ਜੀ ਤੁਸੀਂ ਸਾਨੂੰ ਕਿੰਨਾ ਕੁ ਪ੍ਰੇਮ ਕਰਦੇ ਹੋ। ਜਦੋਂ ਭਗਤਾਂ ਨੂੰ ਇਹ ਗੱਲ ਪੁੱਛੀ ਨਾ, ਭਗਤ ਰਵਿਦਾਸ ਜੀਆਂ ਨੂੰ, ਭਗਵਾਨ ਜੀਆਂ ਨੇ ਵੀ ਕਿੰਨਾ ਕੁ ਪ੍ਰੇਮ ਕਰਦੇ ਹੋ, ਉਸ ਵੇਲੇ ਉਹਨਾਂ ਨੇ ਬਚਨ ਕੀਤਾ। ਰਵਿਦਾਸ ਜੀ ਕਹਿਣ ਲੱਗੇ ਪਰਮਾਤਮਾ ਵੀ ਉਸ ਗੱਲ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਮੈਂ ਕਿੰਨਾ ਕੁ ਪ੍ਰੇਮ ਕਰਦਾ। ਪਰ ਫਿਰ ਵੀ ਜੇ ਆਪ ਜੀ ਨੇ ਪੁੱਛ ਹੀ ਲਿਆ ਹੈ ਤੇ ਮੈਂ ਕੁਝ ਬਚਨ ਆਪ ਜੀ ਦੇ ਨਾਲ ਸਾਂਝੇ ਕਰਾਂਗਾ, ਜਿਹਦੇ ਵਿੱਚ ਇਹ ਮੈਂ ਦੱਸਣ ਦੀ ਕੋਸ਼ਿਸ਼ ਕਰਾਂਗਾ ਵੀ ਮੈਂ ਕਿੰਨਾ ਕੁ ਪ੍ਰੇਮ ਕਰਦਾ ਹਾਂ। ਉਸ ਵੇਲੇ ਇਹ ਭਗਤ ਰਵਿਦਾਸ ਜੀਆਂ ਨੇ ਬਚਨ ਬਖਸ਼ੇ ਹਨ। ਚਿੱਤ ਸਿਮਰਨ ਕਰੋ। ਭਗਤ ਜੀ ਕਹਿਣ ਲੱਗੇ ਐ ਅਕਾਲ ਪੁਰਖ ਪਰਮੇਸ਼ਰ, ਮੈਂ ਚਿੱਤ ਵਿੱਚ ਸਦਾ ਹੀ ਤੁਹਾਡਾ ਸਿਮਰਨ ਕਰਦਾ ਰਹਿੰਦਾ। ਆਪਣੇ ਚਿੱਤ ਦੇ ਵਿੱਚ ਤੁਹਾਨੂੰ ਸਿਮਰਦਾ ਹਾਂ, ਭਾਵ ਕਿ ਤੁਹਾਨੂੰ ਯਾਦ ਕਰਦਾ ਹਾਂ। ਇਹ ਹੈ ਪ੍ਰੇਮ ਕਰਨ ਵਾਲਿਆਂ ਦੀ ਪਹਿਲੀ ਨਿਸ਼ਾਨੀ। ਜਿਹਦੇ ਨਾਲ ਸਾਡਾ ਪ੍ਰੇਮ ਹੋਵੇਗਾ ਉਹ ਸਾਨੂੰ ਹਮੇਸ਼ਾ ਯਾਦ ਰਹਿੰਦਾ। ਇਸ ਵੇਲੇ ਕੀ ਕਰਦਾ ਹੈ, ਇਸ ਵੇਲੇ ਉਸਨੇ ਕੁਝ ਖਾ ਲਿਆ ਹੋਵੇਗਾ, ਇਸ ਵੇਲੇ ਸੌਂ ਗਿਆ ਹੋਵੇਗਾ। ਮਾਂ ਦਾ ਪੁੱਤਰ ਦੇ ਨਾਲ ਪ੍ਰੇਮ ਹੈ ਨਾ, ਤੇ ਮਾਂ ਹਰ ਵੇਲੇ ਪੁੱਤਰ ਨੂੰ ਯਾਦ ਰੱਖਦੀ ਹੈ, ਭਾਵੇਂ ਉਹ ਦੇਸ ਗਿਆ ਹੋਇਆ, ਵਿਦੇਸ਼ ਗਿਆ ਹੋਇਆ, ਕਿਉਂਕਿ ਉਹਦਾ ਪ੍ਰੇਮ ਹੈ ਪੁੱਤਰ ਦੇ ਨਾਲ। ਇਸੇ ਤਰ੍ਹਾਂ ਜਦੋਂ ਰੱਬ ਦਿਆਂ ਭਗਤਾਂ ਦਾ ਪ੍ਰੇਮ ਪੈ ਜਾਂਦਾ ਨਾ ਰੱਬ ਦੇ ਨਾਲ, ਫਿਰ ਉਹਨਾਂ ਦੇ ਮਨ ਵਿੱਚ ਵੀ ਪਰਮਾਤਮਾ ਹੀ ਚੇਤੇ ਰਹਿੰਦਾ। ਐਸਾ ਸਮਾਂ ਆਉਂਦਾ ਹੀ ਨਹੀਂ ਵੀ ਉਹ ਭੁੱਲ ਜਾਵੇ। ਨਾ ਉਹਨਾਂ ਦੀ ਜ਼ੁਬਾਨ ਤੋਂ ਭੁੱਲਿਆ, ਨਾ ਉਹਨਾਂ ਦੇ ਮਨ ਤੋਂ ਭੁੱਲਿਆ। ਭਗਤ ਰਵਿਦਾਸ ਜੀ ਕਹਿਣ ਲੱਗੇ ਚਿੱਤ ਸਿਮਰਨ ਕਰੋ। ਮੈਂ ਆਪਣੇ ਚਿੱਤ ਵਿੱਚ ਪਰਮਾਤਮਾ ਤੁਹਾਨੂੰ ਹਰ ਵੇਲੇ ਸਿਮਰਦਾ, ਹਰ ਵੇਲੇ ਯਾਦ ਕਰਦਾ। ਐਸਾ ਸਮਾਂ ਕਦੇ ਆਇਆ ਹੀ ਨਹੀਂ ਵੀ ਤੁਸੀਂ ਮੇਰੇ ਚੇਤੇ ਵਿੱਚੋਂ ਭੁੱਲ ਜਾਓ, ਤੁਸੀਂ ਮੇਰੀ ਯਾਦ ਵਿੱਚੋਂ ਭੁੱਲ ਜਾਓ। ਇਹੋ ਜਿਹਾ ਸਮਾਂ ਨਹੀਂ ਕਦੇ ਬਣਿਆ। ਮੈਂ ਤੇ ਹਰ ਵੇਲੇ ਤੁਹਾਨੂੰ ਆਪਣੇ ਮਨ ਵਿੱਚ ਯਾਦ ਕਰਦਾ ਹਾਂ। ਨੈਣ ਅਵਲੋਕਨੋ। ਮੈਂ ਇਹਨਾਂ ਨੇਤਰਾਂ ਦੇ ਨਾਲ ਤੁਹਾਨੂੰ ਹਰ ਵੇਲੇ ਤੱਕਦਾ ਹਾਂ। ਜਦੋਂ ਮੈਂ ਕਿਸੇ ਧਾਰਮਿਕ ਸਥਾਨ 'ਤੇ ਚਲੇ ਜਾਂਦਾ, ਧਾਰਮਿਕ ਗ੍ਰੰਥ ਦੇ ਦਰਸ਼ਨ ਕਰਦਾ, ਉਹਦੇ ਵਿੱਚੋਂ ਵੀ ਮੈਨੂੰ ਤੁਹਾਡਾ ਦਿਦਾਰਾ ਪ੍ਰਾਪਤ ਹੁੰਦਾ। ਮੈਨੂੰ ਇਸ ਬਨਸਪਤੀ ਦੇ ਵਿੱਚੋਂ, ਇਸ ਸ੍ਰਿਸ਼ਟੀ ਦੇ ਵਿੱਚੋਂ ਸਾਰਿਆਂ ਥਾਵਾਂ 'ਤੇ ਮੈਂ ਤੁਹਾਨੂੰ ਵੇਖਣ ਦਾ ਯਤਨ ਕਰਦਾ ਪਿਆ। ਜਦੋਂ ਤੁਸੀਂ ਇੰਨੀ ਸੋਹਣੀ ਕੁਦਰਤ ਬਣਾਈ ਹੈ, ਸ੍ਰਿਸ਼ਟੀ ਬਣਾਈ ਹੈ,
ਮੈਂ ਉਹਦੇ ਵਿੱਚ ਵੀ ਤੁਹਾਨੂੰ ਭਾਲਦਾ ਹਾਂ। ਬਣਾਉਣ ਵਾਲੇ ਤੁਸੀਂ ਹੋ ਤੇ ਤੁਸੀਂ ਇਹਦੇ ਵਿੱਚ ਸਮਾਏ ਹੋਏ। ਸੋ ਨੈਣ ਅਵਲੋਕਨੋ, ਆਪਣੇ ਨੈਣ ਨੇਤਰਾਂ ਦੇ ਨਾਲ ਪ੍ਰਮਾਤਮਾ ਜੀ ਮੈਂ ਤੁਹਾਨੂੰ ਹਰ ਵੇਲੇ ਦੇਖਦਾ ਹਾਂ, ਹਰ ਵੇਲੇ ਨੇਤਰਾਂ ਦੇ ਨਾਲ ਤੁਹਾਨੂੰ ਦੇਖਦਾ ਰਹਿੰਦਾ। ਐਸੀ ਮੇਰੀ ਅਵਸਥਾ ਬਣੀ ਹੈ, ਐਸਾ ਪ੍ਰੇਮ ਬਣਿਆ ਕਿ ਮੈਨੂੰ ਸਾਰਿਆਂ ਥਾਵਾਂ 'ਤੇ ਤੁਸੀਂ ਦਿਸਦੇ ਹੋ। ਮੇਰਾ ਇਹ ਪ੍ਰੇਮ ਹੈ ਕਿ ਮੈਂ ਤੁਹਾਨੂੰ ਦੇਖਦਾ ਹਾਂ। ਸਰਵਣ ਬਾਣੀ ਸੋ ਜਸ ਪੂਰ ਰੱਖੋ। ਇਹ ਜਿਹੜੇ ਮੇਰੇ ਸ਼ਰਵਣ ਨੇ ਨਾ ਕੰਨ, ਇਹਨਾਂ ਕੰਨਾਂ ਦੇ ਨਾਲ ਮੈਂ ਸ੍ਰੇਸ਼ਟ ਜਿਹੜੀ ਬਾਣੀ ਹੈ, ਜਸ ਰੂਪੀ ਜਿਹੜੀ ਬਾਣੀ ਹੈ, ਉਹਨੂੰ ਕੰਨਾਂ ਦੇ ਨਾਲ ਸੁਣਦਾ ਰਹਿੰਦਾ। ਜਿਵੇਂ ਗੁਰਮੁਖੋ ਆਪਾਂ ਕੰਨਾਂ ਦੇ ਨਾਲ ਹੋਰ ਦੁਨਿਆਵੀ ਗੱਲਾਂ ਸੁਣਦੇ ਨਾ, ਨਿੰਦਿਆ ਚੁਗਲੀ, ਸੰਸਾਰ ਦੇ ਖੇਲ ਤਮਾਸ਼ੇ ਜਾਂ ਇਹ ਲੱਚਰ ਜਿਹੜੇ ਗੀਤ ਨੇ ਉਹਨਾਂ ਨੂੰ ਸੁਣ ਲੈਂਦੇ। ਪਰ ਭਗਤ ਜੀ ਕਹਿ ਰਹੇ ਨੇ, ਕਹਿਣ ਲੱਗੇ ਸ਼ਰਵਣ ਬਾਣੀ ਸੁਜਸ, ਮੈਂ ਆਪਣੇ ਕੰਨਾਂ ਦੇ ਵਿੱਚ ਇਹ ਗੰਦਾ ਮੰਦਾ ਬਚਨ ਨਹੀਂ ਸੁਣਦਾ। ਮੈਂ ਤੇ ਜਿਹੜੀ ਸ੍ਰੇਸ਼ਟ ਆਪ ਜੀ ਦੀ ਜਸ ਵਾਲੀ ਬਾਣੀ ਹੈ ਨਾ, ਬਚਨ, ਮੈਂ ਤੇ ਕੰਨਾਂ ਵਿੱਚ ਉਹੀ ਸੁਣਦਾ ਰਹਿੰਦਾ। ਹਰ ਵੇਲੇ ਤੁਹਾਡੀ ਸਿਫਤ ਸੁਣਦਾ ਹਾਂ। ਇਹ ਸ਼ਰਵਣ ਹੋ ਮੇਰਿਓ ਸੱਚ ਹੈ ਸੁਣਨਾ ਹੈ। ਕਿਉਂਕਿ ਇਹ ਜਿਹੜੇ ਕੰਨ ਨੇ ਮੈਨੂੰ ਰੱਬ ਨੇ ਦਿੱਤੇ ਹੀ ਤਾਂ ਨੇ ਕਿ ਸੱਚੇ ਦੀ ਸਿਫਤ ਸੁਣਨੀ ਹੈ, ਸੱਚੇ ਦਾ ਨਾਮ ਸੁਣਨਾ ਹੈ। ਇਸ ਕਰਕੇ ਜੀ ਮੈਂ ਇਹਨਾਂ ਨੇਤਰਾਂ ਦੇ ਨਾਲ ਤੁਹਾਡੇ ਦਰਸ਼ਨ ਕਰਦਾ ਹਾਂ ਤੇ ਇਹਨਾਂ ਕੰਨਾਂ ਦੇ ਨਾਲ ਤੁਹਾਡਾ ਜਸ ਸੁਣਦਾ ਹਾਂ। ਇਹ ਮੇਰਾ ਤੁਹਾਡੇ ਨਾਲ ਪ੍ਰੇਮ ਹੈ। ਸਵਾਲ ਇਹ ਹੋਇਆ ਸੀ ਵੀ ਤੁਸੀਂ ਕਿੰਨਾ ਕੁ ਪ੍ਰੇਮ ਕਰਦੇ ਹੋ। ਤੇ ਭਗਤ ਜੀਆਂ ਨੇ ਜਵਾਬ ਦਿੱਤਾ, ਮੇਰਾ ਪ੍ਰੇਮ ਇੰਨਾ ਵੀ ਚਿੱਤ ਵਿੱਚ ਤੁਹਾਨੂੰ ਚੇਤੇ ਕਰਦਾ, ਨੇਤਰਾਂ ਦੇ ਨਾਲ ਤੁਹਾਡੇ ਦਿਦਾਰੇ ਕਰਦਾ, ਅਤੇ ਇਸੇ ਤਰ੍ਹਾਂ ਆਪਣੀ ਬਾਣੀ ਦੇ ਨਾਲ, ਬਚਨਾਂ ਦੇ ਨਾਲ ਤੁਹਾਡੇ ਸ੍ਰੇਸ਼ਟ ਜਸ ਨੂੰ ਕਰਦਾ। ਪੂਰ ਰੱਖੋ, ਇਸ ਤਰੀਕੇ ਦੇ ਨਾਲ ਮੈਂ ਇਹ ਸਾਰੇ ਇੰਦਰੇ ਜਿਹੜੇ ਨੇ ਆਪ ਜੀ ਦੀ ਪ੍ਰਾਪਤੀ ਦੇ ਵਿੱਚ, ਆਪ ਜੀ ਦੇ ਜਸ ਵਿੱਚ ਪੂਰਨ ਕੀਤੇ ਹੋਏ। ਮੇਰੇ ਨੇਤਰ ਜਿਹੜੇ ਨੇ ਕੇਵਲ ਤੁਹਾਡਾ ਹੀ ਦਰਸ਼ਨ ਕਰਦੇ ਪਏ, ਇਹ ਰੱਜਦੇ ਪਏ ਨੇ, ਕੰਨ ਤੁਹਾਡਾ ਬਚਨ ਸੁਣ ਕੇ ਤ੍ਰਿਪਤ ਹੁੰਦੇ ਪਏ। ਅਗਨ ਜਰਤ ਜਲ ਬੂੜਤ ਸਰਪ ਗ੍ਰਸੈ। ਭਾਈ ਗੁਰਦਾਸ ਜੀ ਕਹਿਣ ਲੱਗੇ ਪ੍ਰੇਮੀਆਂ ਦੀ ਕੀ ਅਵਸਥਾ ਹੈ, ਉਹ ਤੁਹਾਨੂੰ ਦੱਸ ਹੀ ਦਿੰਦੇ ਹਾਂ ਕਿ ਭਾਵੇਂ ਅੱਗ ਸਾੜ ਦੇਵੇ, ਜਿਹੜਾ ਪ੍ਰੇਮੀ ਦਾ ਪ੍ਰੇਮ ਹੈ ਨਾ ਆਪਣੇ ਪਿਆਰੇ ਦੇ ਪ੍ਰਤੀ, ਉਹਨੂੰ ਭਾਵੇਂ ਅੱਗ ਵੀ ਸਾੜ ਦੇਵੇ ਤਾਂ ਵੀ ਉਹਦਾ ਪ੍ਰੇਮ ਘਟਦਾ ਨਹੀਂ। ਅਗਨ ਜਰਤ ਜਲ ਬੂੜਤ ਸਰਪ ਗ੍ਰਸੈ, ਪਾਣੀ ਭਾਵੇਂ ਡੋਬ ਦੇਵੇ ਤੇ ਭਾਵੇਂ ਸੱਪ ਆ ਕੇ ਡੰਗ ਮਾਰ ਲਵੇ, ਜਿਨ੍ਹਾਂ ਦਾ ਪ੍ਰੇਮ ਬਣਿਆ ਨਾ ਉਹਨਾਂ ਨੂੰ ਸੱਪ ਦੇ ਡੰਗ ਦਾ ਡਰ ਨਹੀਂ, ਉਹਨਾਂ ਨੂੰ ਅੱਗ ਦੇ ਸਾੜਨ ਦਾ ਡਰ ਨਹੀਂ, ਉਹਨਾਂ ਨੂੰ ਪਾਣੀ ਦੇ ਡੋਬਣ ਦਾ ਡਰ ਨਹੀਂ। ਪ੍ਰੇਮ ਇੱਕ ਐਸੀ ਬਾਤ ਹੈ, ਇੱਕ ਐਸੀ ਚੀਜ਼ ਹੈ। ਸ਼ਾਸਤਰ ਅਨੇਕ ਰੋਮ ਰੋਮ ਕਰ ਘਾਤ ਹੈ। ਭਾਵੇਂ ਕੋਈ ਬੰਦਾ ਤਲਵਾਰ ਲੈ ਆਵੇ, ਕੋਈ ਕੁਹਾੜੀ ਲੈ ਆਵੇ, ਕੋਈ ਆਰਾ ਲੈ ਆਵੇ, ਉਹਦੇ ਨਾਲ ਭਾਵੇਂ ਸਰੀਰ ਦੇ ਟੁਕੜੇ ਟੁਕੜੇ ਕਿਉਂ ਨਾ ਕਰ ਦੇਵੇ, ਟੁਕੜੇ ਕਰਨ ਦੇ ਨਾਲ ਵੀ ਪ੍ਰੇਮ ਘਟਦਾ ਨਹੀਂ ਜਿਨ੍ਹਾਂ ਦਾ ਬਣਿਆ ਹੈ। ਤੇ ਸਾਡੇ ਸਾਹਮਣੇ ਸਾਖੀ ਆ ਜਾਂਦੀ ਨਾ ਭਾਈ ਮਨੀ ਸਿੰਘ ਜੀਆਂ ਦੀ, ਉਹਨਾਂ ਦੇ ਸਰੀਰ ਦੇ ਟੁਕੜੇ ਟੁਕੜੇ ਕੀਤੇ ਗਏ। ਟੁਕੜੇ ਕਰਨ ਤੋਂ ਮਗਰੋਂ ਵੀ ਪ੍ਰੇਮ ਨਹੀਂ ਘਟਿਆ। ਆਰਾ ਆ ਜਾਂਦਾ ਭਾਈ ਮਤੀ ਦਾਸ ਜੀਆਂ ਦਾ, ਸਰੀਰ ਚੀਰਿਆ ਜਾ ਰਿਹਾ, ਚੀਰਨ ਦੇ ਬਾਵਜੂਦ ਵੀ ਪ੍ਰੇਮ ਨਹੀਂ ਘਟਿਆ। ਉਪਰੀ ਲੱਥ ਗਈ ਹੈ ਭਾਈ ਤਾਰੂ ਸਿੰਘ ਜੀਆਂ ਦੀ ਪ੍ਰੇਮ ਤੇ, ਉਹਨਾਂ ਦਾ ਵੀ ਨਹੀਂ ਘਟਿਆ। ਭਾਈ ਗੁਰਦਾਸ ਜੀ ਕਹਿਣ ਲੱਗੇ ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ। ਭਾਵੇਂ ਅਨੇਕ ਤਰ੍ਹਾਂ ਦੇ ਸ਼ਸਤਰ ਚਲਾ ਕੇ ਬੰਦੇ ਦਾ ਸਰੀਰ ਕੱਟਿਆ ਜਾਵੇ, ਭਾਵੇਂ ਰੋਮ ਰੋਮ ਦੇ ਵਿੱਚ ਪੀੜਾ ਪੈਦਾ ਹੋ ਜਾਵੇ, ਦਰਦ ਪੈਦਾ ਹੋ ਜਾਵੇ, ਐਸੀ ਅਵਸਥਾ ਬਣ ਜਾਵੇ, ਸਮਾਂ ਆ ਜਾਵੇ, ਪਰ ਪ੍ਰੇਮੀਆਂ ਦੇ ਮਨ ਦਾ ਪ੍ਰੇਮ ਨਹੀਂ ਜੇ ਘਟਦਾ। ਭਾਵੇਂ ਅੱਗ ਦਾ ਦੁੱਖ ਹੈ, ਭਾਵੇਂ ਪਾਣੀ ਦੇ ਡੁੱਬਣ ਦਾ ਦੁੱਖ ਹੈ, ਭਾਵੇਂ ਸਰੀਰ ਨੂੰ ਕਿਸੇ ਸ਼ਸਤਰ ਨਾਲ, ਹਥਿਆਰ ਨਾਲ ਵੱਢਿਆ ਜਾ ਰਿਹਾ, ਭਾਵੇਂ ਸੱਪ ਆ ਕੇ ਡੰਗ ਮਾਰਦਾ ਪਿਆ, ਭਾਵੇਂ ਰੋਮ ਰੋਮ ਦੇ ਵਿੱਚ ਪੀੜਾ ਪੈਦਾ ਹੋ ਰਹੀ ਹੈ, ਇਹ ਸਾਰੇ ਉਪਦਰਵ ਝੱਲ ਲੈ, ਸਹਿ ਲੈ, ਕਿਉਂਕਿ ਪ੍ਰੇਮ ਦੇ ਵਿੱਚ ਵਿਘਨ ਨਹੀਂ ਪੈਣਾ ਚਾਹੀਦਾ। ਦੂਜਾ ਬਚਨ ਕੀਤਾ, ਕਹਿਣ ਲੱਗੇ ਬਿਰਥਾ ਅਨੇਕ ਆਪਦਾ ਅਧੀਨ ਦੀਨ ਗਤ। ਬਿਰਥਾ ਤੋਂ ਭਾਵ ਹੁੰਦਾ ਦੀਨ ਦੁਖੀ ਦੀ ਐਸੀ ਹਾਲਤ ਹੋਵੇ ਵੀ ਅਨੇਕਾਂ ਤਰ੍ਹਾਂ ਦੀਆਂ ਬਿਪਤਾ ਹੋਣ,
ਦੁਨੀਆ ਵਿੱਚ ਹਾਲਤ ਕੋਈ ਬਹੁਤੀ ਚੰਗੀ ਨਾ ਹੋਵੇ, ਮਾਇਆ ਦੇ ਪੱਖੋਂ ਵੀ ਮਾੜਾ ਹੋਵੇ, ਕੋਈ ਬਹੁਤਾ ਮਾਣ ਸਨਮਾਨ ਨਾ ਮਿਲਦਾ ਹੋਵੇ, ਨਿਰਧਨ ਆਦਰ ਕੋਈ ਨਾ ਦੇ। ਜੇ ਤੁਹਾਡੇ ਕੋਲ ਪੈਸੇ ਥੋੜ੍ਹੇ ਹੋਣਗੇ ਨਾ, ਤੁਹਾਨੂੰ ਕੋਈ ਬਹੁਤਾ ਆਦਰ ਸਨਮਾਨ ਸਤਿਕਾਰ ਨਹੀਂ ਦੇਵੇਗਾ। ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੋ ਚਿਤ ਨਾ ਧਰੇ। ਭਾਵੇਂ ਗਰੀਬ ਬੰਦਾ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ ਕਿ ਮੈਂ ਐਸਾ ਅਮੀਰ ਆਦਮੀ ਦੀ ਆਹ ਵੀ ਮਦਦ ਕਰਨੀ ਹੈ, ਇਹਦੇ ਵਾਸਤੇ ਮੈਂ ਆਹ ਵੀ ਕੰਮ ਕਰਨਾ, ਦਿਨੇ ਰਾਤ ਉਹ ਮਿਹਨਤ ਕਰਦਾ ਰਹੇ, ਪਰ ਦਿਨੇ ਰਾਤ ਮਿਹਨਤ ਕਰਨ ਤੋਂ ਬਾਵਜੂਦ ਵੀ ਅਮੀਰ ਆਦਮੀ ਉਹਦੇ ਸਾਰੇ ਪਰਉਪਕਾਰਾਂ ਨੂੰ ਯਾਦ ਨਹੀਂ ਕਰਦਾ, ਚੇਤੇ ਨਹੀਂ ਰੱਖਦਾ। ਕੋਈ ਗੱਲ ਨਹੀਂ, ਨੌਕਰ ਹੈ, ਇਹਦਾ ਕੰਮ ਹੀ ਕੰਮ ਕਰਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਐਸਾ ਦੁਖੀ ਹੋ ਜਾਵੇ, ਹਾਲਤ ਐਸੀ ਗਰੀਬਾਂ ਵਾਲੀ ਬਣ ਜਾਵੇ, ਅਨੇਕ ਤਰ੍ਹਾਂ ਦੀਆਂ ਬਿਪਤਾ ਸਰੀਰ ਤੇ ਸਹਿੰਦਾ ਰਵੇ। ਬਚਨ ਕਰਦੇ ਨੇ, ਗਰੀਖਮ ਔਰ ਸੀਤ ਬਰਖ ਮਾਹੇ ਨਿਸ ਪ੍ਰਾਤ ਹੈ। ਕਦੇ ਗਰਮੀ ਦੇ ਵਿੱਚ ਬੈਠ ਕੇ ਧੁੱਪ ਦੇ ਨਾਲ ਸਰੀਰ ਸਾੜਦਾ ਰਵੇ, ਸਾਰਾ ਦਿਨ ਕੰਮ ਕਰਦਾ ਰਵੇ। ਆਪਾਂ ਦੇਖਦੇ ਨਾ ਮਜ਼ਦੂਰ, ਹਾੜ ਜੇਠ ਦੇ ਦਿਨ, ਜੂਨ ਜੁਲਾਈ ਦੇ ਦਿਨ, ਜਦੋਂ ਆਪਾਂ ਨੂੰ ਪੱਖੇ ਥੱਲੇ ਵੀ ਗਰਮੀ ਲੱਗਦੀ ਹੈ, ਬਾਹਰ ਪੈਰ ਨਹੀਂ ਰੱਖਦੇ, ਆਪਾਂ ਦਾ ਸਰੀਰ ਸੜਦਾ। ਉਹਨਾਂ ਦਿਨਾਂ ਦੇ ਵਿੱਚ ਵੀ ਮਜ਼ਦੂਰ ਸੜਕ ਬਣਾਉਂਦਾ ਪਿਆ, ਉਹਨਾਂ ਦਿਨਾਂ ਦੇ ਵਿੱਚ ਵੀ ਉਹ ਮਕਾਨ ਦੀ ਉਸਾਰੀ ਕਰਦਾ ਪਿਆ। ਹੈ ਤੇ ਉਹ ਵੀ ਇਨਸਾਨ ਹੈ, ਆਪਾਂ ਵੀ ਹਾਂ, ਪਰ ਉਹਦੇ ਕੋਲ ਇੱਕ ਗਰੀਬੀ ਦੀ ਬਿਪਤਾ ਹੈ। ਉਹ ਗਰੀਬੀ ਉਸ ਨੂੰ ਧੁੱਪ ਦੇ ਵਿੱਚ ਸੜਨ ਵਾਸਤੇ ਮਜਬੂਰ ਕਰਦੀ ਪਈ ਹੈ। ਕਹਿਣ ਲੱਗੇ, ਐਸੀ ਗਰੀਬੀ ਆ ਜਾਵੇ, ਐਸੀ ਧੁੱਪ ਵਿੱਚ ਸੜਨਾ ਵੀ ਪਵੇ। ਦੂਸਰੇ ਪਾਸੇ ਗੁਰਮੁਖੋ ਫਿਰ ਸਰਦ ਰੁੱਤ ਆ ਜਾਂਦੀ ਹੈ, ਉਹ ਮਾਘ ਦਾ ਮਹੀਨਾ, ਦਸੰਬਰ ਜਨਵਰੀ ਦਾ ਮਹੀਨਾ। ਕਹਿਣ ਲੱਗੇ, ਜੇ ਮਹੀਨੇ ਦੀ ਠੰਡ ਵੀ ਆ ਜਾਵੇ ਨਾ, ਤੇ ਮਜ਼ਦੂਰ ਵਿਚਾਰਾ ਠੰਡ ਦੇ ਵਿੱਚ ਵੀ, ਪੈਰ ਭਾਵੇਂ ਨੰਗੇ ਨੇ ਤੇ ਭਾਵੇਂ ਕੋਈ ਕੱਪੜਾ ਤਣ ਤੇ ਪਾਇਆ ਕਿ ਨਹੀਂ ਪਾਇਆ, ਉਹ ਠੰਡ ਦੇ ਵਿੱਚ ਵੀ ਲੱਗਾ ਹੋਇਆ, ਦੂਜਿਆਂ ਦੇ ਭਾਰ ਚੁੱਕ ਚੁੱਕ ਕੇ ਸੁੱਟਦਾ ਪਿਆ। ਤੋ ਇੱਥੇ ਹੀ ਬਸ ਨਹੀਂ, ਜੇ ਕਿਤੇ ਰੱਬ ਨਾ ਕਰੇ ਮੀਂਹ ਆ ਜਾਵੇ, ਰਾਤ ਨੂੰ ਸਾਰੀ ਰਾਤ ਉਹ ਮੀਂਹ ਦਾ ਪਾਣੀ ਸਿਰ ਵਿੱਚ ਪੈਂਦਾ ਹੈ, ਟੁੱਟਾ ਛੱਪਰ ਹੈ, ਟੁੱਟੀ ਮਕਾਨ ਹੈ, ਟੁੱਟੀ ਝੌਂਪੜੀ ਹੈ, ਟੁੱਟਾ ਘਰ ਹੈ, ਕੱਚੀ ਛੱਤ ਹੈ, ਸਾਰਾ ਦਿਨ ਉਹ ਪਾਣੀ ਘਰ ਵਿੱਚ ਫੈਲਦਾ ਰਿਹਾ, ਸਾਰੀ ਰਾਤ ਸੁੱਤਾ ਨਹੀਂ, ਦਿਨੇ ਫਿਰ ਮਜ਼ਦੂਰੀ ਦੇ ਵਿੱਚ ਜਾਣਾ, ਦਿਨੇ ਫਿਰ ਕੰਮ ਕਰਨਾ। ਕਹਿਣ ਲੱਗੇ, ਗੁਰਮੁਖੋ ਐਸੀ ਬਿਪਤਾ ਵੀ ਕਿਤੇ ਪੈ ਜਾਵੇ, ਗਰਮੀ ਦੇ ਨਾਲ ਸੜਨਾ ਪੈ ਜਾਵੇ, ਠੰਡ ਦੇ ਨਾਲ ਠਰਨਾ ਪੈ ਜਾਵੇ, ਮੀਂਹ ਵਿੱਚ ਭਿੱਜਣਾ ਪੈ ਜਾਵੇ, ਤੇ ਰਾਤ ਨੂੰ ਕਿਤੇ ਜਾਗਣਾ ਪੈ ਜਾਵੇ। ਗੱਲਾਂ ਹੈ ਤੇ ਸਾਡੇ ਵਾਸਤੇ ਅਸੀਂ ਆਖਦੇ ਆਮ ਨੇ, ਪਰ ਜਦੋਂ ਬਿਪਤਾ ਪੈਂਦੀ ਹੈ ਨਾ ਆ ਕੇ, ਜਿਹੜਾ ਉਸ ਬਿਪਤਾ ਵਿੱਚ ਪਿਆ ਹੁੰਦਾ ਉਹਨੂੰ ਪਤਾ ਵੀ ਇਹਦਾ ਦੁੱਖ ਕਿੰਨਾ ਵੱਡਾ। ਕਹਿਣ ਲੱਗੇ, ਐਸਾ ਦੁੱਖ ਵੀ ਆ ਕੇ ਪੈ ਜਾਵੇ, ਪਰ ਗੁਰਮੁਖ ਜਿਹੜੇ ਨੇ ਨਾ ਪ੍ਰੇਮ ਕਰਨ ਵਾਲੇ, ਉਹਨਾਂ ਦੇ ਪ੍ਰੇਮ ਦੇ ਵਿੱਚ ਫਰਕ ਨਹੀਂ ਜੇ ਪੈਂਦਾ। ਉਹ ਕੀ ਬਚਨ ਕਰਦੇ ਨੇ, ਕੇਤਿਆ ਦੁਖ ਭੂਖ ਸਦ ਮਾਰ ਇਹ ਭੇਦਾਤ। ਇਹ ਸਾਡੇ ਸੰਸਾਰੀ ਲੋਕ ਡਰ ਜਾਂਦੇ, ਪਰ ਗੁਰਮੁਖੋ ਇੱਕ ਪਾਸੇ ਮੀਰ ਮਨੂੰ ਬੱਚਿਆਂ ਦਾ ਟੋਟਾ ਕਰਕੇ ਗਲ ਵਿੱਚ ਪਾਉਂਦਾ, ਭੁੱਖਾ ਰੱਖਦਾ, ਪਾਣੀ ਪੀਣ ਵਾਸਤੇ ਨਹੀਂ, ਪ੍ਰਸ਼ਾਦਾ ਛਕਣ ਵਾਸਤੇ। ਰੋਟੀ ਦਾ ਚੌਥਾ ਹਿੱਸਾ ਕੀ ਹੁੰਦਾ, ਚੌਥੇ ਹਿੱਸੇ ਦੀ ਰੋਟੀ ਮਿਲਣੀ ਹੈ। ਇੱਕ ਪ੍ਰਸ਼ਾਦੇ ਦਾ ਚੌਥਾ ਹਿੱਸਾ ਕਰਕੇ 24 ਘੰਟਿਆਂ ਵਿੱਚ ਉਹ ਮਿਲਣਾ। ਐਸੇ ਦੁੱਖ ਵੀ ਪੈ ਜਾਣ ਤਾਂ ਵੀ ਪ੍ਰੇਮੀਆਂ ਦਾ ਪ੍ਰੇਮ ਗੁਰੂ ਨਾਲ ਬਣਿਆ ਰਹਿੰਦਾ। ਉਹ ਮਾਈਆਂ ਬੀਬੀਆਂ ਵਿਚਾਰੀਆਂ ਅਰਦਾਸ ਕਰਦੀਆਂ, ਤੇਰੇ ਭਾਣੇ ਵਿੱਚ 4 ਪਹਿਰ ਸੁੱਖਾਂ ਨਾਲ ਲੰਘਿਆ, ਤੇਰੀ ਯਾਦ ਵਿੱਚ ਲੰਘਿਆ, ਤੇਰੀ ਇਬਾਦਤ ਵਿੱਚ ਲੰਘਿਆ, ਅਗਲੀ ਰਾਤ ਆਈ ਹੈ, ਇਹ ਵੀ ਇਸੇ ਤਰ੍ਹਾਂ ਹੀ ਬਤੀਤ ਹੋਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਦੁਨਿਆਵੀ ਦੁੱਖ ਨੇ, ਦੁਨੀਆ ਦੇ ਲੋਕ ਇਸ ਦੁੱਖ ਵਿੱਚ ਪੈ ਕੇ ਰਾਜੇ ਮਹਾਰਾਜੇ ਪਾਗਲ ਹੋ ਗਏ, ਸਭ ਕੁਝ ਛੱਡ ਗਏ, ਪਰ ਜਿਹੜੇ ਗੁਰਮੁਖ ਨੇ ਨਾ, ਐਸੇ ਦੁੱਖ ਦੇ ਵਿੱਚ ਵੀ ਉਹ ਚੜ੍ਹਦੀ ਕਲਾ ਵਿੱਚ ਨੇ, ਐਸੇ ਦੁੱਖ ਦੇ ਵਿੱਚ ਵੀ ਉਹ ਬਿਪਤਾ ਵਿੱਚ ਨਹੀਂ, ਆਪਣੇ ਆਪ ਨੂੰ ਕਦੇ ਢਹਿੰਦੀ ਕਲਾ ਵੱਲ ਲੈ ਕੇ ਨਹੀਂ ਜਾਂਦੇ। ਐਸੀ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ। ਆਪਾਂ ਬਚਨ ਸਰਵਣ ਕਰਦੇ ਹਾਂ ਨਾ, ਛੋਟਾ ਘੱਲੂਘਾਰਾ, ਕਾਹਨੂੰ ਆਉਣ ਦੀ ਛੰਭ, ਦੁਸ਼ਮਣ ਨੇ ਅੱਗ ਲਾ ਦਿੱਤੀ, ਕਈ ਸਿੱਖ ਉਹਦੇ ਵਿੱਚ ਸੜ ਗਏ, ਕਈ ਘੋੜੇ ਸੜ ਗਏ,
ਕਈ ਬੱਚੇ ਤੇ ਕਈ ਬੀਬੀਆਂ ਉਸ ਜੰਗਲ ਦੀ ਅੱਗ ਦੇ ਵਿੱਚ ਸੜ ਗਏ, ਕੁਰਬਾਨ ਹੋ ਗਏ। ਪਰ ਜਿਹੜੇ ਬਚੇ ਨਾ, ਉਹਨਾਂ ਨੇ ਹੌਸਲਾ ਨਹੀਂ ਛੱਡਿਆ ਵੀ ਹਾਏ ਹੁਣ ਕੀ ਕਰਾਂਗੇ, ਬਿਪਤਾ ਪੈ ਗਈ ਹੈ। ਨਹੀਂ, ਪ੍ਰੇਮ ਨਹੀਂ ਘਟਣਾ ਚਾਹੀਦਾ। ਕੋਈ ਨਹੀਂ, ਇਹ ਕਾਰਜ ਫਿਰ ਹੋ ਜਾਏਗਾ। ਗੋ ਦਿਜ ਬਧੂ ਵਿਸ਼ਵਾਸ ਬੰਸ ਕੋਟ ਹੱਤਿਆ, ਤ੍ਰਿਸ਼ਨਾ ਅਨੇਕ ਦੁਖ ਦੋਖ ਬਸ ਗਾਤ ਹੈ। ਕਹਿਣ ਲੱਗੇ ਕਿਸੇ ਨੇ ਗੁਰਮੁਖੋ ਗਊ ਦੀ ਹੱਤਿਆ ਕੀਤੀ ਹੈ, ਕਿਸੇ ਨੇ ਬ੍ਰਾਹਮਣ ਦੀ ਹੱਤਿਆ ਕੀਤੀ ਹੈ, ਕਿਸੇ ਨੇ ਇਸਤਰੀ ਦੀ ਹੱਤਿਆ ਕੀਤੀ ਹੈ, ਕਿਸੇ ਨੇ ਵਿਸ਼ਵਾਸਘਾਤ ਕੀਤਾ ਹੈ। ਕੁਲ ਹੱਤਿਆ ਆਦਿ ਕਰੋੜਾਂ ਦੀ ਹੱਤਿਆ ਪੀੜਾ ਕੀਤੀ ਹੋਵੇ। ਤ੍ਰਿਸ਼ਨਾ ਦੇ ਕਾਰਨ ਦੋਖ ਕਮਾਏ ਹੋਣ, ਦੁੱਖਾਂ ਦੇ ਕਾਰਨ ਅਨੇਕਾਂ ਦੁੱਖਾਂ ਵਿੱਚ ਪਿਆ ਹੋਵੇ ਸਰੀਰ। ਤ੍ਰਿਸ਼ਨਾ ਹੈ ਨਾ, ਤ੍ਰਿਸ਼ਨਾ ਵਿੱਚ ਬੰਦਾ ਅੱਗੇ ਵਧਣ ਦਾ ਯਤਨ ਕਰਦਾ। ਅੱਗੇ ਵਧਣ ਵਾਸਤੇ ਕੋਈ ਨਾ ਕੋਈ ਪਾਪ ਕਰਨਾ ਪਵੇਗਾ, ਹੋ ਜਾਂਦਾ। ਉਹਨਾਂ ਪਾਪਾਂ ਕਰਕੇ ਅੱਗੇ ਵੱਧਦਾ, ਤੇ ਫਿਰ ਉਹਨਾਂ ਪਾਪਾਂ ਦਾ ਦੁੱਖ ਭੋਗਣ ਵਾਸਤੇ ਵੀ ਦੁਨੀਆ ਤੇ ਆਉਣਾ ਪੈਂਦਾ। ਕਦੇ ਕਿਸੇ ਬ੍ਰਾਹਮਣ ਨੂੰ ਮਾਰ ਦਿੱਤਾ, ਕਦੇ ਕਿਸੇ ਗਾਂ ਦਾ ਕਤਲ ਕਰ ਦਿੱਤਾ। ਹੁਣ ਵੋਟਾਂ ਦੇ ਦਿਨ ਚੱਲਦੇ ਪਏ ਨਾ, ਰਾਜਨੀਤਿਕ ਲੋਕ ਇਹੋ ਜਿਹਾ ਕਰਮ ਕਰਦੇ, ਕਦੇ ਗੁਰਦੁਆਰਿਆਂ ਵਿੱਚ ਕੋਈ ਮੰਦ ਕਰਮ, ਕਦੇ ਮੰਦਿਰ ਦੇ ਵਿੱਚ, ਕਦੇ ਮਸਜਿਦ ਦੇ ਵਿੱਚ, ਕਦੇ ਕਿਸੇ ਧਾਰਮਿਕ ਵਿਅਕਤੀ ਦੀ ਹੱਤਿਆ, ਕਦੇ ਕਿਸੇ ਰਾਜਨੀਤਿਕ ਵਿਅਕਤੀ ਦੀ ਹੱਤਿਆ। ਕਾਹਦੇ ਵਾਸਤੇ? ਕੁਰਸੀ ਲੈਣ ਵਾਸਤੇ। ਸੋ ਮਹਾਰਾਜ ਇੱਥੇ ਕਹਿ ਰਹੇ ਨੇ, ਕਹਿਣ ਲੱਗੇ ਵੀ ਹੱਤਿਆ ਕੀਤੀ ਹੈ, ਕਦੇ ਬ੍ਰਾਹਮਣ ਮਾਰ ਦਿੱਤਾ, ਕਦੇ ਗਊ ਮਾਰ ਦਿੱਤੀ ਹੈ, ਕੋਈ ਇਸਤਰੀ ਦਾ ਕਤਲ ਕਰੀ ਜਾਂਦਾ, ਕੋਈ ਬੱਚੇ ਦਾ, ਕੋਈ ਕੰਨਿਆ ਦਾ ਕਤਲ ਕਰੀ ਜਾਂਦਾ। ਪਰ ਹੈ ਕਾਹਦੇ ਵਾਸਤੇ? ਇਹ ਬਲੀਆਂ ਦਿੱਤੀਆਂ ਜਾਂਦੀਆਂ ਤ੍ਰਿਸ਼ਨਾ ਦੇ ਵਿੱਚ ਆ ਕੇ, ਕਿ ਮੈਨੂੰ ਆਹ ਮਿਲ ਜਾਵੇ, ਮੈਨੂੰ ਆਹ ਮਿਲ ਜਾਵੇ, ਮੈਨੂੰ ਪਦਾਰਥ ਮਿਲ ਜਾਣ। ਮਹਾਰਾਜ ਕਹਿਣ ਲੱਗੇ ਜਦੋਂ ਦੁੱਖ ਕਰੇਗਾ, ਪਾਪ ਕਰਮ ਕਰੇਗਾ, ਤੇ ਫਿਰ ਉਹਦੇ ਕਰਕੇ ਦੁਖੀ ਹੋਵੇਗਾ, ਸੁਖੀ ਨਹੀਂ ਹੋਵੇਗਾ। ਮਤਾਂ ਕਿਤੇ ਇਹ ਸੋਚ ਲਈ ਵੀ ਮੈਨੂੰ ਸੁੱਖ ਮਿਲ ਜਾਏਗਾ। ਅਨਕ ਪ੍ਰਕਾਰ ਰੋਜ਼ ਸਕਲ ਸੰਸਾਰ ਸੋਧ ਪੀ ਕੇ, ਵਿਸ਼ੇਸ਼ ਪਲ ਏਕ ਨਾ ਪੁਜਾਤ ਹੈ। ਸੰਸਾਰ ਵਿੱਚ ਅਨੇਕ ਪ੍ਰਕਾਰ ਦੀਆਂ ਉਪਰੇਕਤ ਪੀੜਾ ਨੂੰ ਜੋੜ ਕੇ ਸਹਿਣਾ ਕਰੇ। ਜਿੰਨੀਆਂ ਪੀੜਾ ਦਾ ਉੱਤੇ ਦਰਦ ਲਿਖਿਆ ਨਾ, ਵੀ ਮਜ਼ਦੂਰ ਵੀ ਹੋਵੇ, ਗਰੀਬ ਵੀ ਹੋਵੇ, ਅੱਗ ਲੱਗੀ ਹੋਵੇ, ਪਾਣੀ ਵਿੱਚ ਠਰਿਆ ਹੋਵੇ, ਛੱਪਰ ਚੋਂਦਾ ਹੋਵੇ, ਮੀਂਹ ਪੈਂਦਾ ਹੋਵੇ, ਗਊ ਦੀ ਹੱਤਿਆ ਕੀਤੀ ਹੋਵੇ, ਬ੍ਰਾਹਮਣ ਮਾਰਿਆ ਹੋਵੇ, ਗਰੀਬ ਦਾ ਖੋਹ ਕੇ ਖਾਧਾ ਹੋਵੇ, ਸਾਰਾ ਕੁਝ ਕੀਤਾ ਹੋਇਆ ਹੈ। ਇਹ ਸਾਰੇ ਕੋਲ ਦੁੱਖ ਪਏ ਹੋਏ। ਪਰ ਕਹਿਣ ਲੱਗੇ ਪ੍ਰੇਮੀਆਂ ਦੇ ਵਾਸਤੇ ਨੇ ਸਾਰੇ ਵਿਛੋੜੇ ਜਿਹੜੇ ਨਾ, ਪ੍ਰੇਮੀਆਂ ਦੇ ਵਾਸਤੇ ਇੱਕ ਪਲ ਦੇ ਵੀ ਨਹੀਂ ਹੋਏਗੇ। ਜਿਨ੍ਹਾਂ ਨੇ ਪ੍ਰੇਮ ਕੀਤਾ ਹੈ, ਉਹਨਾਂ ਦੇ ਪ੍ਰੇਮ ਦੇ ਮੁਕਾਬਲੇ ਪ੍ਰੇਮ ਦਾ 1 ਮਿੰਟ ਲੈ ਲਈਏ, ਦੁਨੀਆ ਦੇ ਸਾਰੇ ਦੁੱਖ ਲੈ ਲਈਏ, ਸਾਰੇ ਦੁੱਖ ਉਹਨਾਂ ਦੇ ਪ੍ਰੇਮ ਦੇ ਸਾਹਮਣੇ ਥੋੜ੍ਹੇ ਨੇ, ਨੀਵੇਂ ਨੇ, ਤੁੱਛ ਨੇ। ਐਸਾ ਪ੍ਰੇਮ ਉਹਨਾਂ ਦਾ ਬਣਿਆ। ਜਿਹੜੇ ਦੁੱਖ ਆਪਾਂ ਗਿਣੇ ਨੇ, ਭੁੱਖੇ ਰਹਿਣਾ, ਗਰਮੀ 'ਚ ਕੰਮ ਕਰਨਾ, ਠੰਡ ਵਿੱਚ ਕੰਮ ਕਰਨਾ, ਛੱਪਰ ਦੇ ਵਿੱਚ ਬੈਠਣਾ, ਮੀਂਹ ਪੈਣਾ, ਰਾਤ ਜਾਗਦੇ ਰਹਿਣਾ, ਕਦੇ ਕਿਸੇ ਸੱਪ ਨੇ ਡੰਗ ਮਾਰ ਲਿਆ, ਕਦੇ ਕਿਸੇ ਦੀ ਹੱਤਿਆ ਹੋ ਗਈ ਹੈ, ਕਦੇ ਕੋਈ ਦੁੱਖ ਦੇ ਨਾਲ ਦਰਦ ਹੋ ਗਿਆ। ਇਹ ਜਿੰਨੀਆਂ ਬਿਪਤਾਵਾਂ ਲਿਖੀਆਂ ਨੇ, ਕਹਿਣ ਲੱਗੇ ਜਿਹੜੇ ਪ੍ਰੇਮੀ ਪ੍ਰੇਮ ਕਰਨ ਵਾਲੇ ਨੇ, ਉਹਨਾਂ ਦੇ ਪ੍ਰੇਮ ਦੇ ਸਾਹਮਣੇ ਤੇ ਬਿਲਕੁਲ ਤੁੱਛ ਹੀ ਨੇ, ਥੋੜ੍ਹੀਆਂ ਹੀ ਨੇ। ਐਸੀਆਂ ਬਿਪਤਾ ਨੂੰ ਵੀ ਉਹ ਸਹਿ ਜਾਂਦੇ। ਤੇ ਗੁਰਮੁਖੋ ਅਸੀਂ ਨਿਤਨੇਮ ਕਰਦੇ ਹਨ, ਗੁਰਦੁਆਰੇ ਆਉਂਦੇ ਹਾਂ, ਕਥਾ ਸੁਣਦੇ, ਕੀਰਤਨ ਸੁਣਦੇ, ਸੰਗਤ ਵਿੱਚ ਬੈਠਦੇ। ਰੱਬ ਨਾ ਕਰੇ ਸਾਡੇ ਤੋਂ ਕੋਈ ਬਿਪਤਾ ਦਾ ਸਮਾਂ, ਕੋਈ ਦੁੱਖ ਵਾਲਾ ਪੈ ਜਾਵੇ। ਸਾਡਾ ਪਹਿਲਾ ਉਲਾਂਭਾ ਇਹ ਹੁੰਦਾ ਹੈ, ਪਹਿਲਾ ਇਹ ਸਾਡੇ ਮਨ ਵਿੱਚ ਵਿਚਾਰ ਆਉਂਦਾ ਵੀ ਮੈਂ ਤੇ ਗੁਰਦੁਆਰੇ ਜਾਂਦਾ, ਮੱਥਾ ਟੇਕਦਾ, ਬਾਣੀ ਸੁਣਦਾ, ਪੜ੍ਹਦਾ, ਮੇਰੇ ਤੇ ਕਿਉਂ ਦੁੱਖ ਆਇਆ? ਹੁਣ ਜੇ ਮੇਰੇ ਤੇ ਦੁੱਖ ਆਇਆ ਤੇ ਮੈਂ ਹੁਣ ਇਹ ਸਭ ਕੁਝ ਛੱਡ ਦੇਵਾਂਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇੰਨੇ ਦੁੱਖ ਜਿਹੜੇ ਗਿਣੇ ਨੇ, ਭਾਵੇਂ ਸਾਰੇ ਹੀ ਆ ਜਾਣ, ਪਰ ਜੇ ਤੇਰਾ ਸੱਚਾ ਪ੍ਰੇਮ ਬਣਿਆ ਨਾ ਗੁਰੂ ਨਾਲ, ਪਰਮਾਤਮਾ ਨਾਲ, ਤੇ ਸੱਚੇ ਪ੍ਰੇਮ ਦੇ ਸਾਹਮਣੇ ਤੇ ਕੁਝ ਵੀ ਨਹੀਂ, ਨਾ ਮਾਤਰ ਹੀ ਹੈ। ਪਰ ਗੱਲ ਇਹ ਆ ਵੀ ਤੇਰਾ ਪ੍ਰੇਮ ਬਣਿਆ ਨਹੀਂ, ਤੂੰ ਗੱਲਾਂ ਬਾਤਾਂ ਨਾਲ ਹੀ ਸਾਰਨ ਵਾਲਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਚਿੱਤ ਸਿਮਰਨ ਕਰੋ, ਨੈਣ ਅਵਲੋਕਨੋ, ਸ਼ਰਵਨ ਬਾਣੀ ਸੁਜਸ ਪੂਰ ਰੱਖੋ।
ਪਰਮਾਤਮਾ ਮੇਰਾ ਤੇਰੇ ਨਾਲ ਇੰਨਾ ਪ੍ਰੇਮ ਹੈ ਵੀ ਮੈਂ ਚਿੱਤ ਵਿੱਚ ਤੈਨੂੰ ਚੇਤੇ ਕਰਦਾ, ਨੇਤਰਾਂ ਨਾਲ ਤੇਰੇ ਦਰਸ਼ਨ ਕਰਦਾ ਪਿਆ, ਕੰਨਾਂ ਦੇ ਨਾਲ ਤੇਰੇ ਜਸ ਨੂੰ ਸੁਣ ਸੁਣ ਕੇ ਮੈਂ ਸਾਰੇ ਇੰਦਰੇ ਜਿਹੜੇ ਨੇ ਉਹ ਪਰਿਪੂਰਨ ਕੀਤੇ, ਰੱਜੇ ਹੋਏ ਨੇ ਤੇਰੀ ਸਿਫਤ ਦੇ ਵਿੱਚ। ਮਨ ਸੋ ਮਦ ਕਰ ਕਰੋ, ਚਰਨ ਹਿਰਦੇ ਧਰੋ। ਇਹ ਜਿਹੜਾ ਮੇਰਾ ਮਨ ਹੈ ਸੋ ਮਦ ਕਰ, ਇਹ ਪਾਠ ਸੰਬੰਧਕ ਹੈ, ਵੱਖੋ ਵੱਖਰਾ ਨਹੀਂ ਹੈ, ਬਹੁਤਾ ਵੱਖਰਾ ਨਹੀਂ ਕਰਨਾ। ਮਨ ਸੋ ਮਦ ਕੁਰ ਕਰੋ, ਇਹ ਮੈਂ ਆਪਣੇ ਮਨ ਨੂੰ ਮਦ ਕੁਰ ਕਹੀਏ ਭੌਰਾ ਬਣਾਇਆ ਹੋਇਆ। ਤੇ ਭੌਰੇ ਦਾ ਕੀ ਕੰਮ ਹੈ? ਕਮਲ ਦੇ ਫੁੱਲ ਤੋਂ ਰਸ ਲੈਣਾ, ਸੁਗੰਧੀ ਲੈਣੀ। ਪਰਮਾਤਮਾ ਦੇ ਚਰਨ ਨੇ ਕਮਲ ਦੇ ਫੁੱਲ ਵਰਗੇ, ਤੇ ਮੇਰਾ ਮਨ ਹੈ ਭੌਰੇ ਵਰਗਾ। ਮੈਂ ਉਹਨਾਂ ਦੇ ਚਰਨਾਂ ਦੇ ਉੱਪਰੋਂ ਭਗਤੀ ਦਾ ਰਸ ਲੈਂਦਾ, ਭਗਤੀ ਦਾ ਸਵਾਦ। ਜਿਵੇਂ ਕਮਲ ਦੇ ਫੁੱਲ ਤੇ ਬੈਠਾ ਸੁਗੰਧੀ ਲੈਂਦਾ ਭੌਰਾ, ਪਰਮਾਤਮਾ ਦੇ ਚਰਨ ਨੇ ਕਮਲ ਦਾ ਫੁੱਲ। ਮੇਰਾ ਮਨ ਹੈ ਭੌਰਾ, ਤੇ ਮੈਂ ਸਵਾਦ ਕੀ ਲੈਂਦਾ ਪਿਆ? ਜਿਹੜੀ ਭਗਤੀ ਪ੍ਰਾਪਤ ਕਰਦਾ ਪਿਆ। ਤੇ ਕਹਿਣ ਲੱਗੇ ਚਰਨ ਹਿਰਦੈ ਧਰੋ, ਪਰਮਾਤਮਾ ਦੇ ਸ੍ਰੇਸ਼ਟ ਚਰਨ ਮੈਂ ਆਪਣੇ ਹਿਰਦੇ ਵਿੱਚ ਵਸਾਏ ਹੋਏ। ਜਿਹੜੇ ਚਰਨ ਕਮਲ ਨੇ ਨਾ ਸੁੰਦਰ, ਹਰ ਵੇਲੇ ਮੈਂ ਆਪਣੇ ਹਿਰਦੇ ਵਿੱਚ ਵਸਾਏ ਹੋਏ, ਹਰ ਵੇਲੇ ਉਹਨਾਂ ਚਰਨਾਂ ਦਾ ਮੈਂ ਧਿਆਨ ਧਾਰਦਾ ਹਾਂ। ਰਸਨ ਅੰਮ੍ਰਿਤ ਰਾਮ ਨਾਮ ਭਾਖੋ। ਇਹ ਜਿਹੜੀ ਮੇਰੀ ਰਸਨਾ ਜ਼ੁਬਾਨ ਹੈ ਨਾ, ਇਹ ਅੰਮ੍ਰਿਤ ਰੂਪੀ ਜਿਹੜਾ ਨਾਮ ਹੈ, ਉਸ ਨਾਮ ਨੂੰ ਦਿਨੇ ਰਾਤ ਕਹਿੰਦੀ ਪਈ ਹੈ। ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤੇ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਇਹ ਗੁਰਮੁਖ ਬੇਨਤੀ ਕਰਦੇ ਨੇ। ਜ਼ੁਬਾਨ ਦੇ ਨਾਲ ਸਾਰੀ ਦਿਨ ਗੱਲਾਂ ਕੀਤੀਆਂ, ਜ਼ੁਬਾਨ ਦੇ ਨਾਲ ਸਾਰਾ ਦਿਨ ਪਦਾਰਥ ਖਾਧੇ, ਨਾ ਇਹ ਜ਼ੁਬਾਨ ਖਾ ਕੇ ਰੱਜੀ ਹੈ, ਨਾ ਬੋਲ ਕੇ ਰੱਜੀ ਹੈ। ਰੱਜ ਉਦੋਂ ਆਵੇਗਾ ਜਦੋਂ ਇਸ ਜ਼ੁਬਾਨ ਦੇ ਨਾਲ ਸਿਮਰਨ ਕਰੇਗਾ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ ਚਰਨ ਹਿਰਦੈ ਧਰੋ, ਅੰਮ੍ਰਿਤ ਰਸਨ ਰਾਮ ਨਾਮ ਭਾਖੋ। ਮੈਂ ਇਸ ਜ਼ੁਬਾਨ ਦੇ ਨਾਲ ਤੇਰਾ ਅੰਮ੍ਰਿਤ ਵਰਗਾ ਨਾਮ, ਉਸ ਨੂੰ ਰਾਮ ਰਾਮ ਹਰੇ ਹਰੇ ਵਾਹਿਗੁਰੂ ਵਾਹਿਗੁਰੂ ਕਹਿ ਕਹਿ ਕੇ ਯਾਦ ਕਰਦਾ ਹਾਂ। ਐਸੀ ਦਾਤ ਆਪ ਜੀਆਂ ਦੀ ਮੈਨੂੰ ਪ੍ਰਾਪਤ ਹੋਈ ਹੈ। ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟਾ। ਮੇਰੀ ਪ੍ਰੀਤੀ ਐਸੀ ਹੈ, ਇਹ ਗੋਬਿੰਦ ਪਰਮਾਤਮਾ ਮੇਰਾ ਪ੍ਰੇਮ ਐਸਾ ਤੇਰੇ ਨਾਲ ਬਣਿਆ, ਜਿਨ ਘਟੈ ਮਤਾਂ ਕਿਤੇ ਘਟ ਨਾ ਜਾਵੇ, ਮਤਾਂ ਕਿਤੇ ਟੁੱਟ ਨਾ ਜਾਵੇ। ਐਸਾ ਪ੍ਰੇਮ ਬਣਿਆ ਹੀ ਰਵੇ ਕਿ ਮੈਂ ਕੰਨਾਂ ਨਾਲ ਸੁਣਦਾ ਰਵਾਂ, ਜ਼ੁਬਾਨ ਨਾਲ ਤੇਰੀ ਬਾਣੀ ਨੂੰ ਪੜ੍ਹਦਾ ਰਵਾਂ, ਅੱਖਾਂ ਨਾਲ ਦਰਸ਼ਨ ਕਰਦਾ ਰਵਾਂ। ਮਤਾਂ ਕਿਤੇ ਵੇਖਿਓ ਪ੍ਰੇਮ ਘਟਾ ਨਾ ਦਿਓ, ਕਿਤੇ ਮੇਰੇ ਮਨ ਵਿੱਚ ਕੋਈ ਫਰਕ ਨਾ ਪੈ ਜਾਵੇ, ਕਿਤੇ ਮੇਰੀ ਪ੍ਰੀਤੀ ਤੁਹਾਡੇ ਨਾਲ ਟੁੱਟ ਹੀ ਨਾ ਜਾਵੇ। ਕਿਉਂਕਿ ਘਟਦਿਆਂ ਘਟਦਿਆਂ ਘਟ ਜਾਈਦਾ ਨਾ, ਟੁੱਟਦਿਆਂ ਟੁੱਟਦਿਆਂ ਟੁੱਟ ਜਾਈਦਾ। ਅੱਜ ਥੋੜਾ ਜਿਹਾ ਪ੍ਰੇਮ ਘੱਟ ਹੋਇਆ, ਕੱਲ ਨੂੰ ਹੋਰ ਘੱਟ ਹੋਵੇਗਾ। ਅੱਜ ਨਿਤਨੇਮ 4 ਵਜੇ ਕੀਤਾ ਉੱਠ ਕੇ, ਕੱਲ ਨੂੰ ਥੋੜਾ ਜਿਹਾ ਫਰਕ ਪੈ ਗਿਆ, ਕੋਈ ਨਹੀਂ 4:30 ਉੱਠ ਪਵਾਂਗੇ, ਥੋੜਾ ਜਿਹਾ ਘਟਿਆ। ਫਿਰ ਥੋੜੇ ਦਿਨਾਂ ਬਾਅਦ 5 ਵੱਜਣ ਲੱਗ ਪੈਣਗੇ, ਫਿਰ 6 ਵੱਜ ਜਾਣਗੇ। ਹੌਲੀ ਹੌਲੀ ਕਰਦਿਆਂ ਫਿਰ ਦਿਨ ਹੀ ਚੜ੍ਹ ਜਾਇਆ ਕਰੇਗਾ। ਕੋਈ ਨਹੀਂ ਦਿਨ ਚੜ੍ਹੇ ਕਰ ਲਵਾਂਗੇ। ਪ੍ਰੇਮ ਘਟਿਆ ਨਾ, ਸਮੇਂ ਵਿੱਚ ਫਰਕ ਪੈਂਦਾ ਜਾਂਦਾ। ਫਿਰ ਉਹ ਸਮਾਂ ਦੁਪਹਿਰ ਤੇ ਆ ਗਿਆ, ਫਿਰ ਹੌਲੀ ਹੌਲੀ ਸ਼ਾਮ ਤੇ ਚਲਾ ਗਿਆ। ਕਰਦਿਆਂ ਕਰਦਿਆਂ ਫਿਰ ਸਵੇਰ ਦਾ ਨਿਤਨੇਮ ਰਹਿ ਰਾਸ ਦੇ ਨਾਲ ਹੀ ਜਾ ਕੇ ਜੁੜ ਗਿਆ। ਸਾਰਾ ਦਿਨ ਕੰਮ ਕਰ ਲਈਏ, ਚਲੋ ਸ਼ਾਮ ਨੂੰ ਕਰਾਂਗੇ, ਤੇ ਸ਼ਾਮ ਨੂੰ ਕਰਦਿਆਂ ਕਰਦਿਆਂ ਫਿਰ ਰਾਤ ਤੇ ਫਿਰ ਛੁੱਟੀ ਜਾਏਗਾ। ਹੰਸਾਂ ਸੇਤੀ ਚਿੱਤ ਉਲਾਸੈ, ਕੁੱਕੜ ਦੀ ਉਡਾਰੀ। ਮਹਾਰਾਜ ਦਾ ਬਚਨ ਇਹ ਆ ਵੀ ਹੰਸ ਜਦੋਂ ਉੱਡਦਾ ਨਾ ਤਾਂ ਬੜੀ ਲੰਮੀ ਉਡਾਰ ਲੈਂਦਾ, ਬੜਾ ਲੰਮਾ ਉੱਡ ਸਕਦਾ। ਹੰਸ ਨੂੰ ਵੇਖ ਕੇ ਕੁੱਕੜ ਦੇ ਮਨ ਵਿੱਚ ਆ ਗਿਆ ਵੀ ਮੈਂ ਵੀ ਕਿਉਂ ਨਾ ਉੱਡਾਂ। ਕੁੱਕੜ ਨੂੰ ਬਹੁਤਾ ਤੇ ਉੱਡਣਾ ਆਉਂਦਾ ਨਹੀਂ। ਕੁੱਕੜ ਚੜ੍ਹ ਗਿਆ ਕੋਠੇ ਦੀ ਛੱਤ ਤੇ, ਕੋਠੇ ਦੀ ਛੱਤ ਤੇ ਚੜ੍ਹ ਕੇ ਆਪਣੇ ਖੰਭ ਖਿਲਾਰਦਾ, ਕੁੜ ਕੁੜ ਕਰਦਾ। ਜਦੋਂ ਜੋਸ਼ ਆਇਆ ਨਾ, ਉੱਡਿਆ। ਫਿਰ ਉਹਨੇ ਬਨੇਰੇ ਤੋਂ ਉਡਾਰ ਭਰੀ ਹੈ, ਉੱਡਿਆ ਕੁੱਕੜ, ਤੇ ਕਿੱਥੋਂ ਕੁ ਤੱਕ, ਜਾਂ ਵਿਹੜੇ ਵਿੱਚ ਉਤਰ ਜਾਏਗਾ, ਜਾਂ ਕਿਤੇ ਘਰ ਦੀ ਕੰਧ ਤੇ ਉਤਰੇਗਾ, ਜਾਂ ਫਿਰ ਬਾਰ-ਬਾਰ ਰੂੜੀ ਲੱਗੀ ਰੂੜੀ ਤੇ ਜਾ ਕੇ ਉਤਰੇਗਾ। ਕੁੱਕੜ ਦੀ ਉਡਾਰੀ ਇੰਨੀ ਕੋਈ ਹੈ। ਕਿਸੇ ਨੇ ਕੁੱਕੜ ਉੱਡਦਾ ਇਹ ਨਹੀਂ ਵੇਖਿਆ ਵੀ ਇੱਥੋਂ ਚੱਲੇਗਾ ਤੇ ਉਹ 100 ਕਿਲੋਮੀਟਰ ਚਲੇ ਜਾਏਗਾ। ਨਹੀਂ,
ਅੱਧਾ ਕਿੱਲਾ ਜਾਂ ਕਿੱਲਾ, ਇੰਨੀ ਕੁ ਉਡਾਰੀ, ਕੁੱਕੜ ਨੂੰ ਥੱਲੇ ਉਤਰਨਾ ਹੀ ਪੈਣਾ। ਸਾਡੀ ਉਡਾਰੀ ਕੁੱਕੜ ਵਰਗੀ ਬਣ ਗਈ ਹੈ। ਜੋਸ਼ ਤੇ ਆਉਂਦਾ ਹੈ ਮਹਾਤਮਾ ਵੱਲ ਵੇਖ ਕੇ, ਗੁਰਮੁਖਾਂ ਦੇ ਵੱਲ ਵੇਖ ਕੇ, ਨਾਮ ਜਪਣ ਵਾਲਿਆਂ ਦੇ ਵੇਖ ਕੇ, ਮੈਂ ਵੀ ਇਦਾਂ ਹੀ ਜਪਾਂਗਾ। ਜੋਸ਼ ਤੇ ਆ ਗਿਆ, ਮਾਲਾ ਤੇ ਫੜ ਲਈ ਹੈ। ਮਾਲਾ ਫੜੀ ਨੂੰ 5 ਮਿੰਟ ਨਹੀਂ ਹੋਏ, ਸਾਡੀਆਂ ਅੱਖਾਂ ਵਿੱਚੋਂ ਪਾਣੀ, ਫਿਰ ਵਾਸੀਆਂ ਆਈ ਜਾਂਦੀਆਂ, ਸਰੀਰ ਦੀਆਂ ਦਰਦ, ਪੀੜਾ, ਕਈ ਗੱਲਾਂ ਯਾਦ। ਹੌਲੀ ਹੌਲੀ ਘਟਦਿਆਂ ਉਹ ਜਿਹੜਾ 5-7 ਮਿੰਟ ਦਾ ਸਿਮਰਨ ਕੀਤਾ ਸੀ ਉਹ ਵੀ ਨਹੀਂ ਕੋਲ ਰਿਹਾ। ਇਹਨੂੰ ਕਹਿੰਦੇ ਕੁੱਕੜ ਦੀ ਉਡਾਰੀ। ਹੰਸਾ ਸੇਤੀ ਚਿੱਤ ਉਲਾਸਾ, ਕੁੱਕੜ ਦੀ ਉਡਾਰੀ। ਵੇਖਣਾ ਤੇ ਹੰਸ ਵੱਲ ਹੈ, ਰੀਸ ਤੇ ਹੰਸ ਦੀ ਕਰਨੀ ਹੈ, ਪਰ ਉਡਾਰੀ ਕੁੱਕੜ ਵਾਲੀ ਹੈ। ਵੇਖਦੇ ਤੇ ਉਹਨਾਂ ਮਹਾਤਮਾ ਨੂੰ ਆ ਜਿਨ੍ਹਾਂ ਨੇ ਸਵਾਸ ਜਪਿਆ, ਜਿਹੜੇ ਹਰ ਵੇਲੇ ਜਪਦੇ, ਪਰ ਸਾਡੀ ਉਡਾਰੀ ਜਿਹੜੀ ਹੈ ਨਾ, ਉਹਨਾਂ ਦੇ ਕੋਲ ਜਾ ਕੇ ਕੋਈ ਮਹਾਤਮਾ ਬੈਠਾ ਹੋਵੇਗਾ ਨਾ, ਨਾਮ ਵਾਲਾ, ਕਮਾਈ ਵਾਲਾ, ਬੜੀ ਸੰਗਤ ਜਾਂਦੀ ਹੈ ਉਹਨਾਂ ਦੇ ਕੋਲ ਬੈਠਦੇ, ਬੜੇ ਸਵਾਲ ਪੁੱਛਣਗੇ, ਜੀ ਨਾਮ ਕਿਵੇਂ ਜਪੀਦਾ ਜੀ, ਤੁਸੀਂ ਕਿਵੇਂ ਜਪਿਆ ਜੀ, ਮੈਨੂੰ ਇਸ ਤਰ੍ਹਾਂ ਹੁੰਦਾ ਨਾਮ ਜਪ ਕੇ, ਮੈਨੂੰ ਇਹ ਦਿਸਦਾ, ਮੈਨੂੰ ਇਹ ਵਿਚਾਰ ਆਉਂਦੇ। ਪੁੱਛਣਗੇ ਜਾ ਕੇ ਇਸ ਤਰ੍ਹਾਂ ਵੀ ਇਹਨਾਂ ਨੇ ਜਾਂਦਿਆਂ ਹੀ ਅੱਜੇ ਹੀ ਸਾਰੀ ਕਮਾਈ ਕਰ ਲੈਣੀ ਹੈ। ਹੁਣ ਨਹੀਂ ਇਹ ਛੱਡਣਗੇ ਨਾਮ ਨੂੰ, ਹੁਣ ਤੇ ਦਿਨੇ ਰਾਤ ਰੋਟੀ ਪਾਣੀ ਇਹਨਾਂ ਨੂੰ ਭੁੱਲ ਜਾਣਾ, ਤੇ ਇਹਨਾਂ ਨੇ ਸਾਰੀ ਕਮਾਈ ਕਰ ਹੀ ਲੈਣੀ। ਉਹਨਾਂ ਮਹਾਤਮਾ ਨੂੰ ਵੀ ਪਤਾ, ਕਿਉਂਕਿ ਉਹ ਮੇਰੇ ਵਰਗੇ ਉੱਥੇ ਪਹਿਲਾਂ ਉਹਨਾਂ ਕੋਲ ਬੜੇ ਗਏ ਨੇ ਪੁੱਛਣ ਵਾਲੇ। ਉਹਨਾਂ ਨੂੰ ਵੀ ਪਤਾ ਵੀ ਇਹ ਤੇ ਸਵਾਦ ਲੈਣ ਵਾਲਾ, ਇਹ ਭਾਈ ਪੁੱਛਣ ਵਾਲਾ, ਕਰਨਾ ਇਹਨੇ ਵੀ ਕੁਝ ਨਹੀਂ। ਉਹ ਫਿਰ ਜਿੰਨਾ ਕੋਈ ਬਣਦਾ ਤਣਦਾ ਜਾਂ ਜਵਾਬ ਦੇ ਦੇਣਗੇ। ਸਾਡੇ ਵਰਗੇ ਪੁੱਛਦੇ ਰਹਿੰਦੇ, ਕਰਦੇ ਕੱਖ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹਨਾਂ ਸੰਸਾਰੀ ਲੋਕਾਂ ਦੀ ਉਡਾਰੀ ਕੁੱਕੜ ਵਾਲੀ ਹੈ। ਜੇ 2-4 ਦਿਨ ਜਪ ਵੀ ਲਿਆ ਨਾ, ਮੁੜ ਕੇ ਇਹਨਾਂ ਨੇ ਛੁੱਟ ਬਹਿਣਾ, ਛੱਡ ਬਹਿਣਾ। ਸਾਨੂੰ ਤੇ ਜੇ ਕੋਈ ਮਹਾਤਮਾ ਇਹ ਗੱਲ ਕਹਿ ਦੇਵੇ ਨਾ ਵੀ 40 ਦਿਨ ਤੂੰ ਆਹ ਪਾਠ ਕਰੀ, ਸਾਡੇ ਵਾਸਤੇ ਤੇ 40 ਦਿਨ ਵੀ ਸਦੀ ਬਣ ਜਾਂਦੇ, ਜੋਗੀ ਬਣ ਜਾਂਦਾ ਵੀ ਹਾਏ 40 ਕਦੋਂ ਪੂਰੇ ਹੋਣਗੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਸ ਤਰ੍ਹਾਂ ਪ੍ਰੀਤ ਫਿਰ ਟੁੱਟਦਿਆਂ ਗੁਰਮੁਖੋਂ ਟੁੱਟ ਹੀ ਜਾਂਦੀ ਹੈ। ਪਰ ਭਗਤ ਰਵਿਦਾਸ ਜੀ ਕਹਿਣ ਲੱਗੇ, ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ। ਮੇਰੀ ਪ੍ਰੀਤੀ ਕਿਤੇ ਪ੍ਰਮਾਤਮਾ ਵੇਖੀ ਕਿਤੇ ਟੁੱਟ ਨਾ ਜਾਵੇ, ਕਿਤੇ ਘਾਟ ਨਾ ਜਾਵੇ। ਮੈਂ ਨਾ ਘਟਾਉਣੀ ਚਾਹੁੰਦਾ, ਨਾ ਮੈਂ ਤੋੜਨੀ ਚਾਹੁੰਦਾ। ਹਾਂ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ। ਮੈਂ ਇਹ ਜਿਹੜੀ ਪ੍ਰੀਤੀ ਹੈ ਨਾ, ਬੜੀ ਮਹਿੰਗੀ ਲਈ ਹੈ, ਇਹ ਸਸਤੀ ਕੋਈ ਨਹੀਂ ਹੈ। ਜੀ ਸਟੈ, ਜੀਵ ਨੂੰ ਦੇ ਕੇ, ਆਪਣਾ ਮਨ ਦੇ ਕੇ, ਆਪਣਾ ਤਨ ਦੇ ਕੇ, ਤਾਂ ਇਹ ਭਗਤੀ ਮਿਲੀ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ। ਇਹ ਭਗਤੀ ਐਵੇਂ ਨਹੀਂ ਮਿਲਦੀ, ਗੁਰੂ ਐਵੇਂ ਨਹੀਂ ਮਿਲ ਜਾਂਦਾ, ਬਾਣੀ ਐਵੇਂ ਨਹੀਂ ਮਿਲ ਜਾਂਦੀ, ਨਾਮ ਐਵੇਂ ਨਹੀਂ ਮਿਲ ਜਾਂਦਾ। ਸਾਡੇ ਵਾਸਤੇ ਬੜਾ ਸਸਤਾ ਸੌਦਾ ਹੈ। ਪਰ ਮਹਾਰਾਜ ਕਹਿਣ ਲੱਗੇ, ਮੈਂ ਤਾਂ ਮੋਲ ਮਹਿੰਗੀ ਲਈ, ਮੈਂ ਤੇ ਬੜੀ ਮਹਿੰਗੀ ਲਈ ਹੈ। ਮਹਿੰਗੀ ਸਾਡੇ ਘਰ ਵਿੱਚ ਵਸਤੂ ਹੋਵੇ ਨਾ, ਅਸੀਂ ਉਹਨੂੰ ਸਾਂਭ ਕੇ ਰੱਖਦੇ ਹਾਂ। ਤੇ ਮਹਿੰਗਾ ਸਾਡੇ ਘਰ ਵਿੱਚ ਕੀ ਹੈ? ਸਭ ਤੋਂ ਮਹਿੰਗਾ ਸਾਡੇ ਘਰ ਵਿੱਚ ਗਹਿਣਾ ਹੀ ਹੋਵੇਗਾ, ਸੋਨੇ ਦਾ ਜਾਂ ਕਿਸੇ ਕੋਲ ਹੀਰੇ ਦਾ। ਤੇ ਕੀ ਹੀਰੇ ਦਾ ਗਹਿਣਾ ਤੁਸੀਂ ਬਾਹਰ ਕਿਤੇ ਘਰ ਵੇਖਿਆ ਵੀ ਉਹਨੇ ਬਾਰ-ਬਾਰ ਦਰਵਾਜ਼ੇ ਤੇ ਸੁੱਟਿਆ ਹੋਵੇ ਕਿਤੇ? ਜਾਂ ਸੋਨੇ ਦਾ ਕੋਈ ਹੋਰ ਗਹਿਣਾ ਕਿਤੇ ਬਾਹਰ ਪਿਆ ਹੋਵੇ ਵਿਹੜੇ ਵਿੱਚ? ਨਹੀਂ, ਉਹਨੂੰ ਖਾਸ ਤਿਜੋਰੀ ਵਿੱਚ ਰੱਖਿਆ ਜਾਂਦਾ, ਅੰਦਰ ਅਲਮਾਰੀ ਵਿੱਚ ਰੱਖਿਆ ਜਾਂਦਾ ਸਾਂਭ ਕੇ, ਕਿਉਂਕਿ ਪਤਾ ਵੀ ਇਹ ਮਹਿੰਗਾ ਹੈ। ਤੇ ਗੁਰਮੁਖੋ ਰੱਬ ਦਾ ਨਾਮ ਵੀ ਤੇ ਬੜਾ ਮਹਿੰਗਾ ਹੀ ਹੈ ਨਾ, ਕਿਉਂਕਿ ਇਹਨੂੰ ਆਪਣਾ ਆਪ ਦੇ ਕੇ, ਤਨ ਮਨ ਧਨ ਸਭ ਦੇ ਕੇ ਤੇ ਫਿਰ ਨਾਮ ਮਿਲਦਾ ਹੈ। ਪਰ ਐਸੀ ਭਗਤੀ ਨੂੰ ਅਸੀਂ ਤੇ ਐਵੇਂ ਸਮਝਿਆ ਹੋਇਆ ਵੀ ਇਹ ਤੇ ਐਵੇਂ ਹੀ ਹੈ। ਮਹਾਰਾਜ ਕਹਿਣ ਲੱਗੇ, ਮੈਂ ਤੋਂ ਮੋਲ ਮਹਿੰਗੀ ਲਈ, ਮੈਂ ਤੇ ਬੜਾ ਮਹਿੰਗਾ ਨਾਮ ਲਿਆ ਹੈ। ਜੀ ਸਟੈ, ਆਪਣੀ ਜੀਵ ਆਤਮਾ ਦਾ ਸੱਟਾ ਲਾਇਆ, ਦਾ ਲਾਇਆ, ਮੈਂ ਤੇ ਦਾ ਖੇਲਿਆ, ਆਪਣਾ ਆਪ ਦੇ ਕੇ, ਸਰੀਰ ਵੀ ਦੇ ਕੇ, ਮਨ ਵੀ ਦੇ ਕੇ, ਤਨ ਵੀ ਦੇ ਕੇ, ਤੇ ਤਾਂ ਮੈਨੂੰ ਇਹ ਭਗਤੀ ਮਿਲੀ ਹੈ। ਫਿਰ ਜਦੋਂ ਮੈਂ ਦੇ ਹੀ ਆਪਣਾ ਸਭ ਕੁਝ ਦਿੱਤਾ ਹੈ, ਤੇ ਫਿਰ ਮੈਂ ਨਾਮ ਨੂੰ ਕਿਉਂ ਛੱਡਾਂ? ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਜੀਵਤ ਭਾਵ ਤੋਂ ਮਰਨਾ ਕੀਤਾ ਹੈ। ਜਿਉਣ ਦੇ ਜਿਹੜੇ ਸੁੱਖ ਨੇ ਨਾ ਦੁਨੀਆ ਦੇ, ਦੁਨੀਆ ਸੋਹਣੇ ਕੱਪੜੇ ਪਾਉਂਦੀ ਹੈ, ਦੁਨੀਆ ਸੋਹਣੀਆਂ ਗੱਡੀਆਂ ਵਿੱਚ ਸਫ਼ਰ ਕਰਦੀ ਹੈ, ਦੁਨੀਆ ਸੋਹਣੇ ਸੋਹਣੇ ਪਦਾਰਥ ਖਾਂਦੀ ਹੈ, ਖੁਸ਼ੀਆਂ ਵਿੱਚ ਨੱਚਦੇ ਤੇ ਟੱਪਦੇ। ਗੁਰਮੁਖੋ ਭਗਤਾਂ ਨੇ ਤੇ ਸਭ ਕੁਝ ਹੀ ਛੱਡਿਆ ਹੋਇਆ। ਨਾ ਉਹਨਾਂ ਨੂੰ ਚੰਗੇ ਕੱਪੜੇ ਦੀ ਇੱਛਾ, ਨਾ ਉਹਨਾਂ ਨੂੰ ਚੰਗੇ ਖਾਣੇ ਦੀ, ਨਾ ਕਿਤੇ ਚੰਗੇ ਥਾਂ 'ਤੇ ਜਾਣ ਦੀ ਜਿੱਥੇ ਬੈਠੇ। ਇਹ ਵੀ ਤੇ ਉਹਨਾਂ ਨੇ ਇੱਕ ਦਾ ਹੀ ਲਾਇਆ ਹੋਇਆ ਨਾ, ਵੀ ਰੱਬ ਦੀ ਪ੍ਰਾਪਤੀ ਵਾਸਤੇ ਦਰ ਕਰ ਮਹਿਲਾ ਹਸਤੀ ਘੋੜੇ ਛੋੜ ਵਲਾਇਤ ਦੇਸ ਗਏ ਪੀਰ ਪੈਗੰਬਰ ਸਾਲਕ ਸਾਧਕ
ਛੋਡੀ ਦੁਨੀਆ ਥਾਏ ਪੈ। ਆਪਣਾ ਘਰ ਛੱਡਿਆ, ਆਪਣੇ ਮਹਿਲ ਛੱਡ ਦਿੱਤੇ, ਪਰਿਵਾਰ ਛੱਡ ਦਿੱਤਾ, ਬੰਦਗੀ ਕਰਨ ਵਾਸਤੇ ਸਭ ਕੁਝ ਤਿਆਗਿਆ। ਤੇ ਫਿਰ ਉਹ ਗੁਰਮੁਖ ਜਿਹੜੇ ਨਾਮ ਨੂੰ ਕਿਵੇਂ ਛੱਡਦੇ ਨੇ? ਭਗਤ ਜੀ ਵੀ ਕਹਿੰਦੇ ਨੇ, ਕਹਿਣ ਲੱਗੇ ਮੈਂ ਤੇ ਆਪਣਾ ਜੀ, ਆਪਣਾ ਸਰੀਰ, ਆਪਣਾ ਮਨ ਦਾਅ ਤੇ ਲਾਇਆ ਤੇ ਫਿਰ ਜਾ ਕੇ ਨਾਮ ਮਿਲਿਆ, ਐਵੇਂ ਨਹੀਂ ਮਿਲਿਆ। ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਾਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ। ਕਾਨ ਐਸੀ ਬਖਸ਼ਿਸ਼ ਮੈਨੂੰ ਤਾਂ ਪ੍ਰਾਪਤ ਹੋਈ ਹੈ। ਰਹਾਉ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਭਗਤ ਜੀ ਕਹਿਣ ਲੱਗੇ ਸਾਧ ਸੰਗਤ ਤੋਂ ਬਿਨਾ ਭਾਉ ਕਹੀਏ ਪ੍ਰੇਮ ਨਹੀਂ ਪੈਦਾ ਹੁੰਦਾ। ਜਿਹੜਾ ਬੰਦਾ ਰੋਜ਼ ਸੰਗਤ ਵਿੱਚ ਆਉਂਦਾ ਨਾ, ਕਥਾ ਸੁਣਦਾ, ਕੀਰਤਨ ਸੁਣਦਾ, ਪਾਠ ਸੁਣਦਾ, ਉਹਦੇ ਮਨ ਦਾ ਵੇਗ ਕੁਝ ਹੋਰ ਹੁੰਦਾ। ਜਿਹੜਾ ਨਹੀਂ ਕਦੇ ਸੰਗਤ ਵਿੱਚ ਆਇਆ, ਉਹਦੇ ਮਨ ਦਾ ਵੇਗ ਹੋਰ ਹੁੰਦਾ, ਉਹਦੀ ਭਾਵਨਾ ਹੋਰ ਹੁੰਦੀ ਹੈ, ਉਹਦੀ ਸ਼ਰਧਾ ਹੋਰ ਹੁੰਦੀ ਹੈ, ਉਹਦੀ ਨਿਮਰਤਾ ਹੋਰ ਹੁੰਦੀ ਹੈ। ਪਰ ਜਿਹੜਾ ਸੰਗਤ ਵਿੱਚ ਆਉਂਦਾ ਨਾ, ਉਹਦੇ ਵਿੱਚ ਨਿਮਰਤਾ, ਉਹਦਾ ਪ੍ਰੇਮ, ਉਹਦੀ ਭਾਵਨਾ, ਉਹਦੀ ਸ਼ਰਧਾ। ਗੁਰੂ ਘਰ ਆ ਕੇ ਬਚਨ ਕਿਵੇਂ ਕਰਨਾ, ਉਹਦੀ ਹੋਰ ਮੱਤ ਹੋ ਜਾਂਦੀ ਹੈ, ਕਿਉਂਕਿ ਸੰਗਤ ਵਿੱਚੋਂ ਪ੍ਰੇਮ ਪੈਦਾ ਹੋ ਗਿਆ ਮਨ ਦੇ ਵਿੱਚ। ਤੇ ਰੱਬ ਦੇ ਪਿਆਰਿਆਂ ਦਾ ਸਤਿਕਾਰ ਕਿਵੇਂ ਕਰਨਾ, ਇਹ ਉਹਦੇ ਮਨ ਵਿੱਚ ਸੋਝੀ ਪੈ ਗਈ ਹੈ। ਮਹਾਰਾਜ ਕਹਿਣ ਲੱਗੇ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ। ਸੰਗਤ ਬਿਨਾ ਪ੍ਰੇਮ ਪੈਦਾ ਨਹੀਂ ਜੇ ਹੁੰਦਾ। ਤਾਂ ਆਪਾਂ ਸੰਗਤ ਕਰਦੇ ਹਾਂ ਵੀ ਸਾਡੇ ਮਨ ਵਿੱਚ ਪ੍ਰੇਮ ਪੈਦਾ ਹੋਵੇ। ਤੇ ਭਾਵ ਬਿਨ ਭਗਤ ਨਾ ਹੋਏ ਤੇਰੀ, ਤੇ ਪ੍ਰੇਮ ਤੋਂ ਬਿਨਾ ਗੁਰਮੁਖੋ ਭਗਤੀ ਨਹੀਂ ਜੇ ਹੁੰਦੇ। ਸਾਧ ਸੰਗਤ ਵਿੱਚ ਪ੍ਰੇਮ ਪੈਦਾ ਹੁੰਦਾ ਤੇ ਤਾਂ ਜਾ ਕੇ ਭਗਤੀ ਹੁੰਦੀ ਹੈ। ਭਗਤੀ ਵੀ ਪ੍ਰਵਾਨ ਹੋਣੀ ਹੈ ਪ੍ਰੇਮ ਦੇ ਨਾਲ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ। ਜਿਨ੍ਹਾਂ ਨੇ ਪ੍ਰੇਮ ਕੀਤਾ ਰੱਬ ਉਹਨਾਂ ਨੇ ਪਾਇਆ। ਪਰ ਪ੍ਰੇਮ ਮਿਲੇ ਕਿੱਥੋਂ? ਕੋਈ ਦੁਕਾਨ ਤੇ ਹੈ ਨਹੀਂ ਵੀ ਅਸੀਂ ਦੁਕਾਨ ਤੋਂ ਜਾ ਕੇ ਪ੍ਰੇਮ ਖਰੀਦ ਲਈਏ। ਇਹ ਸਾਧ ਸੰਗਤ ਹੀ ਐਸੀ ਦੁਕਾਨ ਹੈ ਜਿੱਥੋਂ ਪ੍ਰੇਮ ਪੈਦਾ ਹੁੰਦਾ। ਇਸ ਪ੍ਰੇਮ ਦੇ ਨਾਲ ਪ੍ਰਮਾਤਮਾ ਪਾਇਆ ਜਾਂਦਾ। ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਪ੍ਰੇਮ ਤੋਂ ਬਿਨਾ ਵੀ ਤੇਰੀ ਭਗਤੀ ਨਹੀਂ ਹੁੰਦੀ ਹੈ। ਕਹਿ ਰਵਿਦਾਸ ਇੱਕ ਬੇਨਤੀ ਹਰਸਿਓ, ਪੈਜ ਰੱਖੋ ਰਾਜਾ ਰਾਮ ਮੇਰੀ। ਭਗਤ ਰਵਿਦਾਸ ਜੀ ਬਚਨ ਕਰਦੇ, ਸ਼ਬਦ ਸੰਪੂਰਨ ਕੀਤਾ ਹੈ। ਕਹਿਣ ਲੱਗੇ ਇਹ ਰਾਮ ਰਾਜੇ, ਇਹ ਰਾਜੇ ਰਾਮ ਪਰਮਾਤਮਾ, ਤੁਮ ਹੋ ਸਭ ਰਾਜਨ ਕੇ ਰਾਜਾ। ਤੁਸੀਂ ਉਹ ਰਾਜਿਆਂ ਮਹਾਰਾਜਿਆਂ ਦੇ ਵੀ ਰਾਜੇ। ਇਸ ਕਰਕੇ ਮੇਰੀ ਇੱਕ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ। ਭਗਵਾਨ ਨੇ ਪੁੱਛਿਆ ਵੀ ਦੱਸੋ ਰਵਿਦਾਸ ਜੀ ਕੀ ਬੇਨਤੀ ਹੈ? ਕਹਿਣ ਲੱਗੇ ਬੇਨਤੀ ਇਹ ਹੈ ਵੀ ਪੈਜ ਰੱਖੋ, ਮੇਰੀ ਇੱਜ਼ਤ ਰੱਖ ਲਿਓ। ਕਿਵੇਂ ਇੱਜ਼ਤ ਰੱਖ ਲਈਏ? ਦੁਨੀਆ ਦੇ ਲੋਕ ਆਖਦੇ ਨੇ ਭਗਤ ਰਵਿਦਾਸ ਜਿਹੜਾ ਉਹ ਭਗਤ ਹੈ। ਮੈਂ ਭਗਤ ਭਗਤ ਕਰਕੇ ਦੁਨੀਆ ਮੈਨੂੰ ਕਹਿੰਦੀ ਹੈ ਭਗਤ ਜੀ ਆਓ, ਭਗਤ ਜੀ ਬੈਠੋ। ਪਰ ਮਹਾਰਾਜ ਮੈਂ ਭਗਤੀ ਤੇ ਕਰਦਾ ਨਹੀਂ। ਪਰ ਇਹ ਦੁਨੀਆ ਕਹਿੰਦੀ ਭਗਤ ਭਗਤ, ਤੇ ਮੇਰੀ ਲਾਜ ਰੱਖ ਲਿਓ, ਮੇਰੀ ਇੱਜ਼ਤ ਰੱਖ ਲਿਓ। ਮੈਨੂੰ ਜਨਮਾਂ ਵਿੱਚ ਨਾ ਜਾਣਾ ਪਵੇ, ਮੇਰੇ ਕੋਲ ਸੱਚੀ ਮੁੱਚੀ ਭਗਤੀ ਛੋਟੀ ਨਾ ਜਾਵੇ। ਜੇ ਦੁਨੀਆ ਨੇ ਮੈਨੂੰ ਭਗਤ ਆਖਿਆ ਤੇ ਵਾਕਿਆ ਹੀ ਮੈਨੂੰ ਭਗਤ ਬਣਾ ਦਿਓ। ਇੱਕ ਵਾਰੀ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ। ਜੇ ਮੈਨੂੰ ਕੋਈ ਸਿੰਘ ਕਹਿੰਦਾ ਹੈ, ਮੈਨੂੰ ਕੋਈ ਕੌਰ ਕਹਿੰਦਾ ਹੈ, ਮੈਨੂੰ ਕੋਈ ਗੁਰਮੁਖ ਕਹਿੰਦਾ ਹੈ, ਤੇ ਮਹਾਰਾਜ ਮੇਰੇ ਤੇ ਕਿਰਪਾ ਕਰੋ ਵੀ ਮੈਂ ਉਹੋ ਜਿਹਾ ਬਣ ਜਾਵਾਂ। ਮੇਰੇ ਲੱਛਣ ਸਿੰਘ ਵਰਗੇ ਹੋ ਜਾਣ, ਕੌਰ ਵਰਗੇ ਹੋ ਜਾਣ, ਗੁਰਮੁਖ ਵਰਗੇ ਹੋ ਜਾਣ। ਜੇ ਨਾ ਹੋਏ ਤੇ ਮਹਾਰਾਜ ਮੇਰੇ ਨਾਮ ਨੂੰ ਕਲੰਕ ਲੱਗ ਜਾਏਗਾ। ਇਸ ਕਰਕੇ ਕਹਿ ਰਵਿਦਾਸ ਇੱਕ ਬੇਨਤੀ ਹਰਸਿਓ। ਪਰਮਾਤਮਾ ਤੇਰੇ ਚਰਨਾਂ ਵਿੱਚ ਰਵਿਦਾਸ ਦੀ ਇੱਕ ਬੇਨਤੀ ਹੈ, ਪੈਜ ਰੱਖੋ ਰਾਜਾ ਰਾਮ ਮੇਰੀ। ਇਹ ਰਮੇ ਹੋਏ ਰਾਮ ਪਰਮਾਤਮਾ ਮੇਰੀ ਇੱਜ਼ਤ ਰੱਖ ਲਿਓ। ਭਗਤ ਭਗਤ ਵਧਿਆ ਚੌਹਾਂ ਯੁੱਗਾਂ ਦੇ ਵਿੱਚ ਚਮਰਟਾ। ਭਾਈ ਗੁਰਦਾਸ ਨੇ ਲਿਖਿਆ ਹੈ, ਚਾਰ ਕੋਨਿਆਂ ਵਿੱਚ, ਚਾਰ ਦਿਸ਼ਾਵਾਂ ਵਿੱਚ ਲੋਕ ਆਖਦੇ ਰਵਿਦਾਸ ਜੀ ਭਗਤ ਨੇ, ਭਗਤ ਨੇ, ਭਗਤ ਨੇ। ਇਹ ਚੌਹਾਂ ਯੁੱਗਾਂ ਦੇ ਵਿੱਚ, ਚੌਹਾਂ ਕੋਨਿਆਂ ਵਿੱਚ ਇਹ ਨਾਮ ਵੱਜ ਗਿਆ। ਤੇ ਭਗਤ ਜੀ ਕਹਿਣ ਲੱਗੇ ਵੀ ਜਿਹੜਾ ਲੋਕਾਂ ਨੇ ਹੁਣ ਮੈਨੂੰ ਖਿਤਾਬ ਦੇ ਹੀ ਦਿੱਤਾ ਭਗਤ ਦਾ, ਤੇ ਹੁਣ ਸੱਚੀ ਮੁੱਚੀ ਮੈਨੂੰ ਭਗਤ ਬਣਾ ਹੀ ਦਿਓ।
ਵੇਖਿਓ ਕਿਤੇ ਲੋਕ ਬਾਅਦ ਵਿੱਚ ਹਾਸੀ ਨਾ ਕਰਨ ਵੀ ਨਾਮ ਤੇ ਭਗਤ ਲਿਖਵਾਈ ਫਿਰਦਾ, ਆਪਣੇ ਆਪ ਨੂੰ ਭਗਤ ਬਣ ਕੇ ਮਸ਼ਹੂਰ ਕਰਦਾ ਪਿਆ, ਭਗਤੀ ਤੇ ਕਰਦਾ ਹੀ ਕੋਈ ਨਹੀਂ, ਪ੍ਰਾਪਤੀ ਤੇ ਹੈ ਕੋਈ ਨਹੀਂ। ਇਸੇ ਤਰ੍ਹਾਂ ਮਹਾਰਾਜ ਮੇਰੇ ਨਾਮ ਦੇ ਪਿੱਛੇ ਵੀ ਸਿੰਘ ਲੱਗ ਗਿਆ, ਕੌਰ ਲੱਗ ਗਿਆ, ਗੁਰਮੁਖ ਲੱਗ ਗਿਆ, ਰੱਬ ਦਾ ਪਿਆਰਾ ਲੱਗ ਗਿਆ, ਤੇ ਮੈਨੂੰ ਵੀ ਨਾਮ ਦੇ ਦਿਓ, ਮੈਂ ਵੀ ਬਾਣੀ ਪੜ੍ਹਾਂ, ਮੈਨੂੰ ਵੀ ਅੰਮ੍ਰਿਤ ਦੇ ਦਿਓ, ਮੈਂ ਅੰਮ੍ਰਿਤ ਛਕ ਲਵਾਂ, ਮੈਨੂੰ ਵੀ ਅੰਮ੍ਰਿਤ ਵੇਲਾ ਦੇ ਦਿਓ। ਕੱਲ ਨੂੰ ਇਹ ਨਾ ਕੋਈ ਕਵੇ ਕਿ ਨਾਮ ਦੇ ਪਿੱਛੇ ਦੇ ਏਡੇ ਵੱਡੇ ਨਾਮ ਲਵਾਈ ਬੈਠਾ ਪਰ ਕਰਦਾ ਕੱਖ ਵੀ ਨਹੀਂ ਹੈ। ਇਹ ਮੇਰੀ ਇੱਜ਼ਤ ਰੱਖ ਲਿਓ, ਜੋ ਮੈਂ ਦੁਨੀਆ ਮੈਨੂੰ ਕਹਿੰਦੀ ਹੈ ਮੈਂ ਉਹੋ ਜਿਹਾ ਬਣ ਜਾਵਾਂ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲੋ। ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਕਹਿ ਰਵਿਦਾਸ ਇੱਕ ਬੇਨਤੀ ਹਾਸਿਓ, ਪੈਜ ਰੱਖੋ ਰਾਜਾ ਰਾਮ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।